ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਗੁਰਮਤਿ ਵਿਚਾਰਧਾਰਾ ਨਾਲ ਜੋੜਨ ਲਈ ਮਨ ਹੀ ਮਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਸਾਡਾ ਮਨ ਗੁਰਮਤਿ ਦੀ ਵਿਚਾਰਧਾਰਾ ਨਾਲ ਜੁੜ ਸਕੇ ਅਤੇ ਜੋ ਗੁਰੂ ਸਾਹਿਬਾਨ ਦੇ ਉਪਦੇਸ਼ ਹਨ ਅਸੀਂ ਉਹਨਾਂ ਨੂੰ ਆਪਣੇ ਜੀਵਨ ਵਿੱਚ ਵਸਾ ਸਕੀਏ। ਐਤਵਾਰ ਵਾਲੇ ਦਿਨ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਮਝ ਰਹੇ ਹਾਂ। ਪਿਛਲੀ ਕਥਾ ਵਿੱਚ ਆਪਾਂ ਵੇਖਿਆ ਸੀ ਕਿ ਸਤਿਗੁਰੂ ਜੀ ਅਸਾਮ ਵਿੱਚ ਢਾਕੇ ਪਹੁੰਚੇ ਹੋਏ ਨੇ। ਉੱਥੇ ਉਹਨਾਂ ਦੇ ਜਾਣ ਦਾ ਇੱਕ ਖਾਸ ਮਕਸਦ ਸੀ, ਨੂਰ ਸ਼ਾਹ ਜਾਦੂਗਰਨੀ ਉਸ ਨੂੰ ਸਿੱਧੇ ਰਸਤੇ 'ਤੇ ਪਾਉਣਾ, ਉਸ ਨੂੰ ਜੀਵਨ ਦਾ ਸਹੀ ਰਸਤਾ ਵਿਖਾ ਕੇ ਸਤਿਗੁਰੂ ਜੀ ਉਸ ਜਗ੍ਹਾ ਤੋਂ ਅੱਗੇ ਚੱਲੇ। ਕਿੱਥੇ ਪਹੁੰਚੇ ਨੇ ਆਪਾਂ ਸਮਝਦੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਵਸ, ਜਿਸ ਦੀਆਂ ਸਾਡੇ ਪਾਸ ਦੋ ਤਰੀਕਾਂ ਹਨ। ਇੱਕ ਤਾਂ ਹੈ ਸਰਦਾਰ ਪੁਰੇਵਾਲ ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਬਣਾਇਆ ਹੈ। ਉਹਨਾਂ ਨੇ ਦੱਸਿਆ ਕਿ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1 ਸਤੰਬਰ ਨੂੰ ਹੋਇਆ ਸੀ। ਉਸ ਦਿਨ 17 ਭਾਦਰੋਂ ਦਾ ਦਿਨ ਸੀ। ਤੇ ਦੂਸਰੀ ਆਪਣੇ ਪਾਸ ਤਾਰੀਖ ਹੈ ਜੋ ਅੱਜ ਕੱਲ੍ਹ SGPC ਕੈਲੰਡਰ ਵਰਤ ਰਹੀ ਏ। ਉਹਦੇ ਮੁਤਾਬਕ ਅੱਜ 28 ਅਗਸਤ 13 ਭਾਦਰੋਂ ਨੂੰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸੋ ਮੈਂ ਪੰਥ ਦੇ ਜਿਹੜੇ ਸਾਡੇ ਆਗੂ ਲੋਕ ਨੇ, ਜਥੇਦਾਰ ਲੋਕ ਨੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹਾਂਗਾ ਕਿ ਸਾਨੂੰ ਇਸ ਵਿਸ਼ੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਇੱਕ ਹੀ ਤਰੀਕ ਸਮਾਜ ਨੂੰ ਦਿੱਤੀ ਜਾਏ, ਚਾਹੇ ਉਹ ਕੋਈ ਵੀ ਹੋਵੇ, ਫਰਕ ਨਹੀਂ ਪੈਂਦਾ ਕਿ ਅਸੀਂ 1 ਤਰੀਕ ਨੂੰ ਮਨਾਇਆ ਕਿ 30 ਨੂੰ ਮਨਾਇਆ ਕਿ 28 ਨੂੰ ਮਨਾਇਆ। ਸਮੁੱਚੀ ਕੌਮ ਨੂੰ 1 ਤਰੀਕ ਦਿੱਤੀ ਜਾਵੇ ਤੇ ਇੱਕ ਦਿਨ ਹੀ ਸਾਰੇ ਇਸ ਦਿਨ ਨੂੰ ਮਨਾਉਣ। ਹੁਣ ਕਈ ਲੋਕ ਅੱਜ ਮਨਾ ਰਹੇ ਨੇ 28 ਅਗਸਤ ਨੂੰ, ਹਿੰਦੁਸਤਾਨ ਵਿੱਚ ਮਨਾਇਆ ਜਾ ਚੁੱਕਿਆ ਹੈ, ਤੇ ਕਈਆਂ ਨੇ 1 ਸਤੰਬਰ ਨੂੰ ਇਸ ਦਿਨ ਨੂੰ ਮਨਾਉਣਾ ਹੈ। ਸੋ ਇਸ ਤਰ੍ਹਾਂ ਲੱਗਦਾ ਹੈ ਕਿ ਕੌਮ ਜਿਵੇਂ ਕਈ ਹਿੱਸਿਆਂ ਵਿੱਚ ਵੰਡੀ ਜਾਂਦੀ ਏ ਇਹਨਾਂ ਗੁਰਪੁਰਬਾਂ ਨੂੰ ਲੈ ਕੇ। ਸੋ ਸਾਡੇ ਆਗੂ ਸਾਹਿਬਾਨ ਇਸ ਗੱਲ ਵੱਲ ਜ਼ਰੂਰ ਧਿਆਨ ਦੇਣ। ਥੋੜ੍ਹੀ ਜਿਹੀ ਆਪਾਂ ਗੱਲ ਕਰਦੇ ਹਾਂ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮੁੱਚੀ ਬਾਣੀ ਜਿਹੜੀ ਉਹਨਾਂ ਦੇ ਪਾਸ ਪਹੁੰਚੀ ਸੀ, 4 ਗੁਰੂ ਸਾਹਿਬਾਨ ਦੀ, 15 ਭਗਤਾਂ ਦੀ, ਅਤੇ ਉਹਨਾਂ ਦੇ ਵਕਤ ਹੀ ਜਿਹੜੇ ਭੱਟ ਸਾਹਿਬਾਨ ਨੇ ਜਿਨ੍ਹਾਂ ਦੀ ਗਿਣਤੀ 11 ਹੈ, ਉਹਨਾਂ ਦੇ ਵਕਤ ਹੀ ਉਹਨਾਂ ਨੇ ਬਾਣੀ ਉਚਾਰੀ ਸੀ। ਫਿਰ 3 ਗੁਰਸਿੱਖਾਂ ਦੀ ਬਾਣੀ ਹੈ, ਸੱਤਾ ਜੀ, ਬਲਵੰਡ ਜੀ ਤੇ ਬਾਬਾ ਸੁੰਦਰ ਜੀ। ਇਸ ਸਾਰੀ ਬਾਣੀ ਨੂੰ
ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਪਵਿੱਤਰ ਬਾਣੀ ਨੂੰ ਇੱਕ ਜਗ੍ਹਾ ਤੇ ਇਕੱਤਰਿਤ ਕਰਵਾਇਆ ਸੀ। ਉਸ ਗ੍ਰੰਥ ਨੂੰ ਉਹਨਾਂ ਨੇ ਆਦਿ ਗ੍ਰੰਥ ਸਾਹਿਬ ਦਾ ਨਾਮ ਦਿੱਤਾ ਸੀ। ਇਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 9ਵੇਂ ਪਾਤਸ਼ਾਹ ਦੇ ਬਚਨ ਯਾਨੀ ਉਹਨਾਂ ਦੀ ਬਾਣੀ 59 ਸ਼ਬਦ ਅਤੇ 57 ਸ਼ਲੋਕ ਦਰਜ ਕਰਵਾਏ ਤੇ 1708 ਈਸਵੀ ਨੂੰ ਉਸੇ ਹੀ ਆਦਿ ਗ੍ਰੰਥ ਸਾਹਿਬ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਣ ਦਾ ਮਾਣ ਬਖਸ਼ਿਆ ਸੀ। ਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਬਚਨ ਆਖੇ ਸਨ ਕਿ ਅੱਜ ਤੋਂ ਤੁਸੀਂ ਆਦਿ ਗ੍ਰੰਥ ਸਾਹਿਬ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੰਨਣਾ। ਵੈਸੇ ਪਹਿਲੇ ਗੁਰੂ ਸਾਹਿਬਾਨ ਤੋਂ ਹੀ ਸਾਨੂੰ ਸ਼ਬਦ ਨਾਲ ਜੋੜਿਆ ਗਿਆ ਸੀ। ਬਾਣੀ ਗੁਰੂ ਹੈ ਬਾਣੀ ਦਾ ਸਿਧਾਂਤ ਦਿੱਤਾ ਜਾ ਚੁੱਕਾ ਸੀ। ਪੋਥੀ ਪਰਮੇਸ਼ਰ ਕਾ ਥਾਨ ਆਖਿਆ ਜਾ ਚੁੱਕਾ ਸੀ, ਪਰ ਫਿਰ ਵੀ ਜੋ ਰਸਮ ਸੀ, ਜੋ ਮਰਿਆਦਾ ਸੀ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਿਭਾਈ ਤੇ ਆਦਿ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਨੇ ਗੁਰਿਆਈ ਦੇ ਕੇ ਗੁਰੂ ਗ੍ਰੰਥ ਸਾਹਿਬ ਹੋਣ ਦਾ ਮਾਣ ਦਿੱਤਾ। ਸੋ ਕੱਲ ਜਾਂ ਅੱਜ 28 ਅਗਸਤ ਨੂੰ ਜੋ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਹੈ, ਇਹਦੇ ਤੇ ਸਾਨੂੰ ਸਮੂਹ ਸਿੱਖ ਸੰਗਤਾਂ ਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਅਧਿਐਨ ਕਰੀਏ, ਇਸ ਦੀ ਵਿਆਖਿਆ ਪੜ੍ਹੀਏ, ਇਸ ਦਾ ਉਚਾਰਨ ਸ਼ੁੱਧ ਕਰਨਾ ਸਿੱਖੀਏ, ਇਸ ਦੇ ਅੰਦਰ ਜੋ ਲਗ ਮਾਤਰੀ ਨਿਯਮ ਹਨ ਉਹਨਾਂ ਦਾ ਅਧਿਐਨ ਕਰੀਏ, ਜਿਸ ਨੂੰ ਆਪਾਂ ਵਿਆਕਰਨ ਆਖਦੇ ਹਾਂ। ਇਹ ਸਭ ਕੁਝ ਸਾਨੂੰ ਕਰਨਾ ਚਾਹੀਦਾ ਹੈ। ਜੇ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਇਹ ਦਿਨ ਮਨਾਏ ਸਕਾਰਥਾ ਹੁੰਦੇ ਨੇ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਉੱਤੋਂ ਕਦੀ ਰੁਮਾਲਾ ਉਤਾਰ ਕੇ ਤੇ ਉਹਦੇ ਦਰਸ਼ਨ ਹੀ ਬਾਣੀ ਦੇ ਨਾ ਕੀਤੇ ਹੋਣ ਤੇ ਉਂਝ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਮਨਾ ਰਹੇ ਹੋਈਏ ਤੇ ਇਹ ਕਿਵੇਂ ਦਾ ਲੱਗੇਗਾ? ਆਪਾਂ ਨੂੰ ਸੋਚਣ ਦੀ ਜ਼ਰੂਰਤ ਹੈ ਇਸ ਵਿਸ਼ੇ ਦੇ ਉੱਤੇ। ਮੈਂ ਅੱਜ ਸਵੇਰੇ ਸੁਣਦਾ ਸਾਂ ਕਿ ਦਰਬਾਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ। ਬੜੀ ਖੁਸ਼ੀ ਹੋਈ ਕਿ ਸਮੁੱਚਾ ਸਿੱਖ ਜਗਤ ਮਨਾ ਰਿਹਾ ਹੈ। ਲੇਕਿਨ ਮਨਾਏ ਜਾਣ ਦਾ ਜਿਹੜਾ ਢੰਗ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਬੜੇ ਜ਼ੋਰ ਸ਼ੋਰ ਨਾਲ ਅਨਾਉਂਸ ਕੀਤਾ ਜਾ ਰਿਹਾ ਸੀ ਕਿ ਦਿੱਲੀ ਤੋਂ ਇੱਕ ਸਰਦਾਰ ਜੀ ਨੇ ਸੇਵਾ ਕੀਤੀ ਏ। ਉਸ ਨੇ 110 ਟਨ, ਮੈਂ ਦੁਬਾਰਾ ਆਖਣਾ ਚਾਹਾਂਗਾ, 110 ਟਨ ਫੁੱਲ ਮੰਗਵਾਏ ਨੇ। ਉਹ ਕੇਵਲ ਹਿੰਦੁਸਤਾਨ ਚੋਂ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ਤੋਂ ਵੀ ਮੰਗਵਾਏ ਨੇ। ਤੇ 110 ਟਨ ਫੁੱਲ ਜਿਹੜੇ ਨੇ ਉਹ ਦਰਬਾਰ ਸਾਹਿਬ ਦੇ ਬਿਲਡਿੰਗ ਉੱਤੇ ਅਤੇ ਚਫੇਰੇ ਦੀਆਂ ਦੀਵਾਰਾਂ ਉੱਤੇ ਉਹਨਾਂ ਦੀਆਂ ਮਾਲਾਵਾਂ ਬਣਾ ਕੇ ਟੰਗੀਆਂ ਗਈਆਂ। ਇਹ ਅਸੀਂ ਗੁਰਪੁਰਬ ਮਨਾਇਆ। 110 ਟਨ ਫੁੱਲ ਲਗਾ ਕੇ ਉਹ ਕਰੋੜਾਂ ਦੇ ਆਏ ਹੋਣਗੇ ਤੇ 1 ਜਾਂ 2 ਦਿਨ ਉਹ ਕੱਢਣਗੇ। ਉਸ ਤੋਂ ਬਾਅਦ ਉਹ ਸਭ ਗਾਰਬੇਜ ਵਿੱਚ ਜਾਏਗਾ, ਜਿੰਨਾ ਵੀ ਉਹ ਮਾਲ ਹੈ। ਕਰੋੜਾਂ ਰੁਪਈਆ ਅਸੀਂ ਗਾਰਬੇਜ ਕਰ ਰਹੇ ਹਾਂ। ਕਿੰਨਾ ਚੰਗਾ ਹੁੰਦਾ ਜੇ ਅਸੀਂ ਕਿਤੇ ਐਸਾ ਸੋਚਿਆ ਹੁੰਦਾ, ਇਹਨਾਂ ਕਮੇਟੀਆਂ ਨੇ, ਇਹਨਾਂ ਸਾਡੇ ਆਗੂਆਂ ਨੇ, ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਅਸੀਂ ਹਰ ਸਾਲ ਕਿਸੇ ਇੱਕ ਭਾਸ਼ਾ ਨੂੰ ਚੂਜ਼ ਕਰੀਏ, ਇੱਕ ਲੈਂਗੁਏਜ ਜੋ ਦੁਨੀਆ ਦੀਆਂ ਭਾਸ਼ਾਵਾਂ ਨੇ, ਤੇ ਹਰ ਸਾਲ ਕਿਸੇ ਇੱਕ ਬੋਲੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਟਰਾਂਸਲੇਟ ਕਰਕੇ ਉਹਨਾਂ ਬੋਲੀ ਬੋਲਣ ਵਾਲਿਆਂ ਲੋਕਾਂ ਤੱਕ ਪਹੁੰਚਾਉਂਦੇ ਤੇ ਕਿੰਨਾ ਚੰਗਾ ਹੁੰਦਾ। ਅਸੀਂ ਕੁਝ ਹੀ ਸਾਲਾਂ ਵਿੱਚ ਪੂਰੀ ਦੁਨੀਆ ਦੀਆਂ ਭਾਸ਼ਾਵਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਟਰਾਂਸਲੇਟ ਕਰਵਾ ਕੇ ਉਹ ਬੋਲੀਆਂ ਬੋਲਣ ਵਾਲੇ ਲੋਕਾਂ ਤੱਕ ਪਹੁੰਚਾ ਸਕਦੇ ਸਾਂ।
ਕਰੋੜਾਂ ਰੁਪਏ ਅਸੀਂ ਫੁੱਲਾਂ ਤੇ ਲਗਾ ਕੇ ਗਾਰਬੇਜ ਕਰਾਂਗੇ, ਲੇਕਿਨ ਐਸਾ ਨਹੀਂ ਅਸੀਂ ਕਰ ਸਕਦੇ ਕਿ ਕੁਝ ਵਿਦਵਾਨਾਂ ਨੂੰ ਹਾਇਰ ਕੀਤਾ ਜਾਵੇ, ਉਹਨਾਂ ਨੂੰ ਵੱਡੀਆਂ ਖੁੱਲ੍ਹੀਆਂ ਤਨਖਾਹਾਂ ਦਿੱਤੀਆਂ ਜਾਣ, ਉਹਨਾਂ ਨੂੰ ਸਮਾਂ ਤੇ ਸਥਾਨ ਦਿੱਤਾ ਜਾਏ। ਲਓ ਭਾਈ, ਤੁਹਾਡੇ ਨੂੰ ਅਸੀਂ ਕਾਰਜ ਸੌਂਪਦੇ ਹਾਂ। ਇਸ ਇੱਕ ਬੋਲੀ ਦੇ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਟਰਾਂਸਲੇਟ ਕਰੋ, ਉਹਦਾ ਉਲੱਥਾ ਕਰੋ, ਤੇ ਆਪਾਂ ਉਹ ਬੋਲੀ ਬੋਲਣ ਵਾਲੇ ਲੋਕਾਂ ਤੱਕ ਇਸ ਸਾਲ ਇਸ ਬਾਣੀ ਨੂੰ ਪਹੁੰਚਾਈਏ। ਅਗਲੇ ਸਾਲ ਕਿਸੇ ਹੋਰ ਬੋਲੀ ਨੂੰ ਚੁਣ ਲਵਾਂਗੇ, ਤੇ ਇਸ ਤਰ੍ਹਾਂ ਅਸੀਂ ਜੇ ਕੰਮ ਕਰਦੇ ਤੇ ਹੁਣ ਤੱਕ ਅਸੀਂ ਬੜੀ ਦੂਰ ਪਹੁੰਚੇ ਹੋਣਾ ਸੀ, ਜੋ ਕਿ ਅਸੀਂ ਪਿੱਛੇ ਨੂੰ ਜਾ ਰਹੇ ਹਾਂ, ਅੱਗੇ ਨੂੰ ਜਾਣ ਦੀ ਬਜਾਏ। ਅਸੀਂ ਜਦੋਂ ਕਿ ਫੁੱਲ ਤੋੜਨ ਦੀ ਮਨਾਹੀ ਗੁਰੂ ਗ੍ਰੰਥ ਸਾਹਿਬ ਕਰਦੇ ਨੇ, ਤੇ ਅਸੀਂ ਉਸੇ ਹੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ 110 ਟਨ ਫੁੱਲ ਲਿਆ ਕੇ ਉੱਥੇ ਚੁਫੇਰੇ ਚੜਾ ਰਹੇ ਹਾਂ ਵੀ ਸਾਡਾ ਗੁਰੂ ਖੁਸ਼ ਹੋ ਜਾਏਗਾ। ਮੈਨੂੰ ਨਹੀਂ ਲੱਗਦਾ ਜੀ ਇਸ ਤਰ੍ਹਾਂ ਗੁਰੂ ਨੇ ਖੁਸ਼ ਹੋਣਾ ਹੈ। ਗੁਰੂ ਨੇ ਉਸ ਦਿਨ ਖੁਸ਼ ਹੋਣਾ ਹੈ ਤੁਹਾਡੇ ਤੇ, ਜਿਸ ਦਿਨ ਅਸੀਂ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਜਿਸ ਦਿਨ ਤੁਸੀਂ ਬਾਣੀ ਨੂੰ ਆਪ ਪੜ੍ਹਨਾ ਸ਼ੁਰੂ ਕੀਤਾ, ਇਹਨੂੰ ਵਿਚਾਰਨਾ ਸ਼ੁਰੂ ਕੀਤਾ, ਇਸ ਨੂੰ ਸਤ ਕਰਕੇ ਮੰਨ ਕੇ ਜੀਵਨ ਵਿੱਚ ਅਪਣਾ ਲਿਆ, ਤੇ ਗੁਰੂ ਨੂੰ ਖੁਸ਼ ਹੋਣ ਨੂੰ ਦੇਰੀ ਨਹੀਂ ਲੱਗਣੀ। ਸੋ ਆਓ ਆਪਾਂ ਯਤਨ ਕਰੀਏ, ਗੁਰੂ ਮਹਾਰਾਜ ਜੀ ਦੀ ਪਵਿੱਤਰ ਬਾਣੀ ਨਾਲ ਆਪ ਜੁੜੀਏ ਜੀ। ਸਾਨੂੰ ਕਿਸੇ ਨੇ ਨਹੀਂ ਆਖਣਾ ਕਿ ਤੁਸੀਂ ਇਹਦੇ ਨਾਲ ਜੁੜੋ ਜਾਂ ਨਾ ਜੁੜੋ, ਇਹ ਸਾਡਾ ਆਪਣਾ ਫਰਜ਼ ਬਣਦਾ ਹੈ। ਆਪਾਂ ਗੁਰੂ ਦੇ ਸਿੱਖ ਅਖਵਾਉਂਦੇ ਹਾਂ, ਕਿਸ ਗੁਰੂ ਦੇ ਸਿੱਖ ਹਾਂ ਆਪਾਂ? ਤੇ ਕਿਸੇ ਵੀ ਬੱਚੇ ਨੂੰ ਪੁੱਛ ਕੇ ਵੇਖੋ, ਸਿੱਖ ਸਮਾਜ ਵਿੱਚ ਇਹੋ ਹੀ ਆਖਿਆ ਜਾਂਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਤੇ ਅਗਲਾ ਸਵਾਲ ਕਰ ਲਿਆ ਕਰੋ ਵੀ ਗੁਰੂ ਗ੍ਰੰਥ ਸਾਹਿਬ ਤੁਸੀਂ ਪੜ੍ਹਿਆ ਹੈ? ਮੈਨੂੰ ਨਹੀਂ ਲੱਗਦਾ 1 ਜਾਂ 2% ਤੋਂ ਵੱਧ ਤੁਹਾਨੂੰ ਹਾਂ ਪੱਖੀ ਹੁੰਗਾਰਾ ਮਿਲੇਗਾ ਕਿ ਆਹੋ ਅਸੀਂ ਪੜ੍ਹਿਆ ਹੈ। 1-2% ਲੋਕ ਨੇ ਸਿੱਖ ਜਿਨ੍ਹਾਂ ਨੇ ਬਾਣੀ ਪੜ੍ਹੀ ਹੋਵੇਗੀ, ਨਹੀਂ ਤੇ ਅਸੀਂ ਕਰ ਕੀ ਰਹੇ ਹਾਂ ਜੀ? ਮੈਂ ਤੇ ਬੜਾ ਹੈਰਾਨ ਰਹਿਣਾ, ਤੁਸੀਂ ਪੈਸੇ ਦੇ ਕੇ ਪਾਠ ਕਰਵਾਉਂਦੇ ਹੋ। ਅੱਜ ਤੱਕ ਕਦੀ ਤੁਸੀਂ ਇਸ ਤਰ੍ਹਾਂ ਵੇਖਿਆ ਹੈ ਕਿ ਕੋਈ ਪੈਸੇ ਦੇ ਕੇ ਬੱਚਾ ਤੁਸੀਂ ਡਾਕਟਰ ਬਣਵਾ ਲਿਆ ਹੋਵੇ? ਵੀ ਇਹ ਬੱਚਾ ਪੜ੍ਹੇਗਾ ਨਹੀਂ, ਸਕੂਲ ਨਹੀਂ ਜਾਏਗਾ, ਹਾਜ਼ਰੀਆਂ ਅਟੈਂਡ ਨਹੀਂ ਕਰੇਗਾ, ਲੇਕਿਨ ਇਹਦੀ ਜਗ੍ਹਾ ਅਸੀਂ ਕਿਸੇ ਪ੍ਰਿੰਸੀਪਲ ਨੂੰ ਪੈਸੇ ਦੇ ਦਿਆਂਗੇ ਤੇ ਸਾਡਾ ਬੱਚਾ ਡਾਕਟਰ ਬਣ ਜਾਏਗਾ। ਐਸਾ ਕਦੀ ਹੋਇਆ ਹੋਵੇ ਤੁਹਾਡੀ ਜ਼ਿੰਦਗੀ ਵਿੱਚ? ਤੁਸੀਂ ਸੁਣਿਆ ਹੋਵੇ, ਵੇਖਿਆ ਹੋਵੇ, ਜਾਂ ਤੁਹਾਡੇ ਖੁਦ ਨਾਲ ਐਸਾ ਹੋਇਆ ਹੋ? ਉਂਝ ਇੱਕ ਵੱਖਰੀ ਗੱਲ ਹੈ ਕਿ ਕਰਪਸ਼ਨ ਨੇ ਇਹਦਾ ਤੇ ਬੇੜਾ ਹੀ ਬਹਿ ਗਿਆ ਹੈ। ਤੁਹਾਨੂੰ ਡਿਗਰੀ ਕੋਈ ਵੀ ਉੱਥੋਂ ਪੰਜਾਬ ਤੋਂ ਪੈਸੇ ਦੇ ਕੇ ਮਿਲ ਸਕਦੀ ਹੈ, ਉਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਤੁਸੀਂ ਡਾਕਟਰ ਨਹੀਂ, ਉਹ ਜਿਹੜੀ ਹੈਗੀ ਹੈ ਨਾ ਲਿਆਕਤ, ਉਹ ਪੈਸਿਆਂ ਨਾਲ ਨਹੀਂ ਲੈ ਸਕਦੇ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਾਂ ਪੈਸਿਆਂ ਉੱਤੇ ਨਾ ਛੱਡੀਏ। ਇਸ ਨੂੰ ਭਾਵੇਂ ਤੁਸੀਂ ਸਾਲ 'ਚ 2 ਸਾਲਾਂ 4 ਸਾਲਾਂ 'ਚ 5-10 ਸਾਲਾਂ 'ਚ ਇੱਕ ਪਾਠ ਕਰੋ, ਪਰ ਆਪ ਕਰੋ, ਸਹਿਜ ਨਾਲ ਕਰੋ, ਵਿਚਾਰ ਕੇ ਕਰੋ। ਤੇ ਇਸ ਤਰ੍ਹਾਂ ਆਪਾਂ ਗੁਰੂ ਸਾਹਿਬ ਦੇ ਜਿਹੜੇ ਪ੍ਰਕਾਸ਼ ਦਿਵਸ ਤੇ ਜਿਹੜੇ ਗੁਰਪੁਰਬ ਨੇ ਆਪਾਂ ਉਹਨਾਂ ਨੂੰ ਮਨਾਇਆ ਕਰੀਏ। ਚਲੋ ਮੈਂ ਤੁਹਾਡਾ ਸਮਾਂ ਇਸ ਤੇ ਜ਼ਿਆਦਾ ਨਾ ਲਵਾਂ। ਅੱਜ ਦੀ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਚਲੇ ਗਏ ਸਨ ਢਾਕੇ ਤੋਂ ਅੱਗੇ। ਪਿੰਡ ਦਾ ਨਾਂ ਨਹੀਂ ਲਿਖਿਆ ਇਤਿਹਾਸ ਵਿੱਚ, ਲੇਕਿਨ ਐਸਾ ਲਿਖਿਆ ਹੈ ਕਿ ਉੱਥੇ ਇੱਕ ਜ਼ਿਮੀਂਦਾਰ ਨੂੰ ਉਹਨਾਂ ਨੇ ਮਿਲਣਾ ਸੀ, ਤੇ ਜ਼ਿਮੀਂਦਾਰ ਦਾ ਨਾਮ ਹੈ ਭੂਮੀਆਂ। ਗੁਰੂ ਸਾਹਿਬ ਉਸ ਨਗਰ ਵਿੱਚ ਚਲੇ ਗਏ, ਤੇ ਉਸ ਨਗਰ ਦੇ ਵਿੱਚ ਵੜਦਿਆਂ ਹੀ ਇੱਕ ਬੜਾ ਸੱਜਣ ਪੁਰਸ਼ ਉਹਨਾਂ ਨੂੰ ਮਿਲਿਆ, ਗੁਰੂ ਨਾਨਕ ਸਾਹਿਬ ਜੀ ਨੂੰ। ਉਹਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਉਹਨਾਂ ਦਾ ਬਾਣਾ ਵੇਖ ਕੇ, ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਨੂੰ ਵੇਖ ਕੇ, ਜਿਹਦੇ ਕੋਲ ਰਬਾਬ ਹੈ, ਤੇ ਉਹ ਲੱਗਦਾ ਹੈ ਕਿ ਜਿਵੇਂ ਉਹ ਸ਼ਬਦ ਜਾਂ ਸੰਗੀਤ ਵਜਾਉਂਦਾ ਜਾਂ ਗਾਉਂਦਾ ਹੋਏਗਾ। ਉਹਨਾਂ ਦੋਹਾਂ ਦਾ ਬੜਾ ਸਤਿਕਾਰ ਕੀਤਾ,
ਤੇ ਆਖਣ ਲੱਗੇ ਵੀ ਤੁਸੀਂ ਆਓ ਸਾਡੇ ਘਰ ਬੈਠੋ। ਗੁਰੂ ਸਾਹਿਬ ਚਲੇ ਗਏ। ਉਹਨੇ ਜਲ ਪਾਣੀ ਪੁੱਛਣ ਤੋਂ ਬਾਅਦ ਇਹ ਬਚਨ ਕੀਤਾ ਕਿ ਮਹਾਂਪੁਰਸ਼ੋ, ਮੇਰਾ ਬੜਾ ਮਨ ਕਰਦਾ ਹੈ ਕਿ ਮੈਂ ਤੁਹਾਨੂੰ ਆਪਣੇ ਘਰ ਟਿਕਾਵਾਂ, ਤੁਹਾਡੀ ਲੰਗਰ ਪਾਣੀ ਨਾਲ ਸੇਵਾ ਕਰਾਂ, ਤੁਹਾਡੇ ਚਰਨ ਧੋਵਾਂ, ਤੁਹਾਡੇ ਬਸਤਰ ਧੋਵਾਂ। ਲੇਕਿਨ ਸਾਡੇ ਪਿੰਡ ਦਾ ਨਾ ਇੱਕ ਜ਼ਿਮੀਂਦਾਰ ਏ, ਉਸ ਨੇ ਪੂਰੇ ਪਿੰਡ ਦੇ ਲੋਕਾਂ ਨੂੰ ਆਦੇਸ਼ ਕੀਤਾ ਹੋਇਆ, ਉਹਦਾ ਹੁਕਮ ਹੈ ਕਿ ਕੋਈ ਵੀ ਅਤਿਥੀ ਆਵੇ ਉਸ ਨੂੰ ਕੋਈ ਆਪਣੇ ਘਰ 'ਚ ਨਹੀਂ ਠਹਿਰਾ ਸਕਦਾ, ਉਸ ਨੂੰ ਉਸ ਜ਼ਿਮੀਂਦਾਰ ਦੇ ਘਰ ਵਿੱਚ ਪਹੁੰਚਾਉਣਾ ਹੁੰਦਾ ਹੈ। ਕਿਉਂਕਿ ਅੱਗੇ ਅਸੀਂ ਸਮਝਦੇ ਹਾਂ ਵੀ ਇਹ ਕਿਉਂ ਸੀ ਸਭ ਕੁਝ। ਉਸ ਨੇ ਗੁਰੂ ਮਹਾਰਾਜ ਜੀ ਤੋਂ ਮਾਫੀ ਮੰਗਦੇ ਆਖਿਆ ਕਿ ਹੁਣ ਤੁਸੀਂ ਉੱਠੋ, ਮੇਰੇ ਨਾਲ ਚੱਲੋ ਤੇ ਮੈਂ ਤੁਹਾਨੂੰ ਭੂਮੀਏ ਦੇ ਘਰ ਪਹੁੰਚਾਵਾਂ, ਉਸ ਜ਼ਿਮੀਂਦਾਰ ਦੇ ਘਰ ਛੱਡ ਆਵਾਂ। ਜੇ ਮੈਂ ਤੁਹਾਨੂੰ ਛੱਡਣ ਲਈ ਨਾ ਗਿਆ ਤੇ ਉਹ ਮੇਰੇ ਤੇ ਕ੍ਰੋਧਵਾਨ ਹੋਏਗਾ ਤੇ ਉਹ ਮੇਰਾ ਕੁਝ ਵੀ ਨੁਕਸਾਨ ਕਰ ਸਕਦਾ ਹੈ। ਗੁਰੂ ਸਾਹਿਬ ਨੇ ਉਸ ਦੀ ਗੱਲ ਸੁਣੀ ਤੇ ਆਖਣ ਲੱਗੇ, ਠੀਕ ਏ, ਤੇਰੇ ਤੇ ਉਹ ਕ੍ਰੋਧਵਾਨ ਨਾ ਹੋਵੇ, ਤੂੰ ਸਾਨੂੰ ਉਸ ਦੇ ਘਰ ਛੱਡਿਆ। ਉਹ ਗੁਰੂ ਮਹਾਰਾਜ ਜੀ ਨੂੰ ਨਾਲ ਲੈ ਕੇ ਭੂਮੀਏ ਦੇ ਘਰ ਚਲਾ ਗਿਆ। ਦਰਵਾਜ਼ਾ ਖੜਕਾਇਆ, ਭੂਮੀਏ ਨੇ ਦਰਵਾਜ਼ਾ ਖੋਲ੍ਹਿਆ, ਗੁਰੂ ਸਾਹਿਬ ਜੀ ਦਾ ਦਰਸ਼ਨ ਕੀਤਾ। ਤੇ ਆਪਾਂ ਸਾਰੇ ਇਹ ਤੇ ਸਮਝਦੇ ਹੀ ਹਾਂ ਕਿ ਗੁਰੂ ਮਹਾਰਾਜ ਬੜੇ ਦਰਸ਼ਨੀ ਪੁਰਸ਼ ਸਨ। ਉਹਨਾਂ ਦੇ ਦਰਸ਼ਨ ਕਰਕੇ ਕੋਈ ਵੀ ਉਹਨਾਂ ਵੱਲ ਖਿੱਚਿਆ ਜਾ ਸਕਦਾ ਸੀ। ਵੱਡੇ ਵੱਡੇ ਚੋਰ, ਡਾਕੂ, ਕਾਤਲ, ਧਾੜਵੀ, ਲੁਟੇਰੇ, ਮਨਮੁੱਖ, ਰੱਬ ਨਾਲੋਂ ਟੁੱਟੇ ਹੋਏ ਲੋਕ, ਇੱਥੋਂ ਤੱਕ ਜਾਦੂਗਰ ਗੁਰੂ ਸਾਹਿਬ ਦਾ ਦਰਸ਼ਨ ਕਰਕੇ ਮੋਮ ਵਰਗੇ ਹੋ ਜਾਂਦੇ ਸਨ, ਸਿਰਫ ਦਰਸ਼ਨ ਕਰਕੇ। ਅਜੇ ਬਚਨ ਕੋਈ ਨਹੀਂ ਕੀਤਾ। ਆਪਾਂ ਪਹਿਲਾਂ ਕਈ ਵਾਰੀ ਇਹ ਗੱਲ ਕਰ ਚੁੱਕੇ ਹਾਂ ਕਿ ਮਹਾਂਪੁਰਸ਼ਾਂ ਦੇ ਦਰਸ਼ਨਾਂ ਵਿੱਚ ਇੱਕ ਕਸ਼ਿਸ਼ ਹੁੰਦੀ, ਇੱਕ ਖਿੱਚ ਹੁੰਦੀ ਏ। ਕੋਈ ਮਹਾਂਪੁਰਸ਼ ਹੋਵੇ ਤੇ ਤੁਸੀਂ ਉਹਦਾ ਦਰਸ਼ਨ ਕਰਕੇ ਉਹਦੇ ਵੱਲ ਪ੍ਰੇਰਿਤ ਹੋ ਜਾਂਦੇ ਹੋ, ਉਹਦੇ ਵੱਲ ਤੁਹਾਡੀ ਲਗਨ ਜਿਹੜੀ ਅੰਦਰੋਂ ਸੁਰਤ ਜਿਹੜੀ ਉਹ ਜੁੜ ਜਾਂਦੀ ਏ। ਉਹਦੇ ਬਚਨ ਸੁਣਨ ਲਈ ਤੁਸੀਂ ਕਾਹਲੇ ਪੈਂਦੇ ਹੋ, ਉਹਦੇ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ ਹੈ, ਉਹਦੀ ਸੇਵਾ ਕਰਨ ਨੂੰ ਮਨ ਕਰਦਾ ਹੈ। ਗੁਰੂ ਨਾਨਕ ਸਾਹਿਬ ਐਸੇ ਦਰਸ਼ਨੀ ਵਿਅਕਤੀ ਸਨ। ਉਹਨਾਂ ਦੇ ਦਰਸ਼ਨ ਕਰਦਿਆਂ ਹੀ ਭੂਮੀਏ ਦਾ ਅੰਦਰ ਸ਼ਾਂਤ ਹੋ ਗਿਆ। ਬੜੇ ਪਿਆਰ ਵਾਲੇ ਮਿੱਠੇ ਬੋਲ ਬੋਲੇ, ਗੁਰੂ ਸਾਹਿਬ ਲਈ ਬੜਾ ਆਦਰ ਦਿੱਤਾ ਤੇ ਆਖਣ ਲੱਗਾ, ਮੇਰੇ ਧੰਨ ਭਾਗ ਨੇ, ਤੁਹਾਡੇ ਦਰਸ਼ਨ ਹੋਏ, ਆਓ ਅੰਦਰ ਬੈਠੋ। ਉਹ ਜਿਹੜਾ ਭਾਈ ਸਾਹਿਬ ਗੁਰੂ ਮਹਾਰਾਜ ਜੀ ਨੂੰ ਛੱਡਣ ਗਿਆ ਸੀ, ਉਹ ਤੇ ਉੱਥੋਂ ਹੀ ਮੁੜ ਗਿਆ ਤੇ ਗੁਰੂ ਸਾਹਿਬ ਉਹਦੇ ਘਰ ਵਿੱਚ ਚਲੇ ਗਏ। ਉਸਨੇ ਸਭ ਤੋਂ ਪਹਿਲਾਂ ਜੀ ਆਪਣੇ ਪੁਰਾਣੇ ਸਮੇਂ ਨਾ ਇੱਕ ਰਿਵਾਜ ਹੁੰਦਾ ਸੀ, ਅੱਜ ਉਹ ਰਿਵਾਜ ਭਾਵੇਂ ਨਹੀਂ ਰਿਹਾ, ਭਾਵੇਂ ਉਹਦੀ ਜ਼ਰੂਰਤ ਵੀ ਸ਼ਾਇਦ ਨਾ ਹੋਵੇ ਹੁਣ। ਪੁਰਾਣੇ ਸਮੇਂ 'ਚ ਕੱਚੇ ਰਾਹ ਹੁੰਦੇ, ਲੋਕ ਤੁਰ ਕੇ ਆਉਂਦੇ ਤੇ ਉਹ ਮਿੱਟੀ ਘੱਟਾ ਨਾ ਧੂੜ ਪੈ ਜਾਂਦੀ ਕੱਪੜਿਆਂ ਤੇ, ਸਾਰੇ ਸਰੀਰ ਉੱਤੇ ਹੀ ਪੈ ਜਾਂਦੀ, ਪੈਰ ਮਿੱਟੀ ਨਾਲ ਘੱਟੀ ਹੋ ਜਾਂਦੇ। ਤੇ ਸਭ ਤੋਂ ਪਹਿਲਾਂ ਲੋਕ ਕਰਦੇ ਹੁੰਦੇ ਸੀ, ਘਰ ਆਏ ਅਤਿਥੀ ਦੇ ਚਰਨ ਆਪ ਧੋਇਆ ਕਰਦੇ ਸਨ। ਤੇ ਭੂਮੀਏ ਨੇ ਬੜਾ ਆਦਰ ਦਿੱਤਾ, ਗੁਰੂ ਮਹਾਰਾਜ ਦੇ ਚਰਨ ਉਹਨੇ ਆਪ ਧੋਤੇ। ਆਪਾਂ ਸਮਝ ਸਕਦੇ ਹਾਂ ਕਿ ਗੁਰੂ ਮਹਾਰਾਜ ਦੇ ਚਰਨਾਂ ਨੂੰ ਛੂਹ ਕੇ ਉਹਦਾ ਕਿਉਂ ਨਾ ਜੀਵਨ ਬਦਲ ਗਿਆ ਹੋਏਗਾ, ਕਿਸੇ ਗੱਲ ਤੋਂ ਬਿਨਾਂ ਹੀ। ਔਰ ਸੱਚਾਈ ਹੈ ਕਿ ਬਦਲ ਹੀ ਗਿਆ। ਉਸਨੇ ਗੁਰੂ ਮਹਾਰਾਜ ਦੇ ਚਰਨ ਧੋਤੇ, ਸਾਫ਼ ਕੀਤੇ, ਉਹਨਾਂ ਨੂੰ ਬਿਠਾ ਕੇ ਹੁਣ ਉਹ ਛੇਤੀ ਨਾਲ ਰਸੋਈ ਵਿੱਚ ਗਿਆ। ਜਲ ਪਾਣੀ ਜੋ ਉਸ ਵਕਤ ਦਾ ਰਿਵਾਜ ਸੀ ਉਹ ਲੈ ਕੇ ਆਇਆ ਤੇ ਆਖਣ ਲੱਗਾ, ਮਹਾਂਪੁਰਸ਼ੋ ਅਜੇ ਕੁਛ ਨਹੀਂ ਗੱਲਬਾਤ ਹੋਈ। ਹੱਥ ਜੋੜੇ ਤੇ ਆਖਣ ਲੱਗਾ, ਮਹਾਂਪੁਰਸ਼ੋ ਭੋਜਨ ਗ੍ਰਹਿਣ ਕਰੋ। ਤੇ ਸਤਿਗੁਰੂ ਜੀ ਨੇ ਜਿਹੜਾ ਬਚਨ ਕੀਤਾ ਜੀ, ਉਹ ਸਾਨੂੰ ਸਭਨਾਂ ਨੂੰ ਧਿਆਨ ਗੋਚਰਾਏ। ਸਤਿਗੁਰੂ ਜੀ ਨੇ ਆਖਿਆ, ਅਸੀਂ ਤੇਰਾ ਭੋਜਨ ਤੇ ਗ੍ਰਹਿਣ ਕਰ ਲਵਾਂਗੇ,
ਪਰ ਪਹਿਲਾਂ ਸਾਨੂੰ ਇਹ ਦੱਸ ਕਿ ਤੇਰੀ ਕਮਾਈ ਦਾ ਸਾਧਨ ਕੀ ਹੈ, ਤੂੰ ਕਰਦਾ ਕੀ ਹੈ, ਤੇਰੀ ਕਿਰਤ ਕੀ ਹੈ। ਉਹ ਬੰਦਾ ਗੁਰੂ ਮਹਾਰਾਜ ਤੋਂ ਪ੍ਰਭਾਵਿਤ ਤੇ ਹੋ ਹੀ ਚੁੱਕਾ ਸੀ, ਹੁਣ ਉਹ ਝੂਠ ਨਹੀਂ ਬੋਲ ਪਾਇਆ, ਹਿੰਮਤ ਹੀ ਨਹੀਂ ਰਹੀ ਝੂਠ ਬੋਲਣ ਦੀ। ਆਪਾਂ ਵੇਖਿਆ ਸੀ ਨਾ, ਜਦੋਂ ਸ਼ੇਖ ਸੱਜਣ ਨੂੰ ਗੁਰੂ ਮਹਾਰਾਜ ਮਿਲੇ ਸਨ ਤੇ ਉੱਥੇ ਇੱਕ ਸ਼ਬਦ ਗੁਰੂ ਮਹਾਰਾਜ ਜੀ ਨੇ ਗਾਵਿਆ ਸੀ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਇਹ ਸ਼ਬਦ ਸੁਣ ਕੇ ਉਹ ਵੀ ਚਰਨਾਂ ਦਾ ਭੌਰਾ ਬਣ ਗਿਆ ਸੀ ਤੇ ਸੱਚ ਸੱਚ ਮੂੰਹੋਂ ਬੋਲ ਦਿੱਤਾ ਸੀ ਜੋ ਵੀ ਅੰਦਰ ਸੀ। ਇਸੇ ਤਰ੍ਹਾਂ ਇਹ ਆਦਮੀ ਵੀ ਹੁਣ ਸੋਚਦਾ ਹੈ ਮੈਂ ਕੀ ਆਖਾਂ, ਕਿਰਤ ਤੇ ਮੇਰੀ ਸੱਚੀ ਮੁੱਚੀ ਨਹੀਂ ਚੰਗੀ, ਮੈਂ ਚੋਰੀਆਂ ਕਰਦਾ, ਮੈਂ ਡਾਕੇ ਕਰਦਾ, ਮੈਂ ਲੁੱਟ ਖਸੁੱਟ ਕਰਦਾ, ਮੈਂ ਤੁਰੇ ਜਾਂਦੇ ਰਾਹੀਆਂ ਨੂੰ ਮਾਰਦਾ ਵੀ ਹਾਂ, ਉਹਨਾਂ ਤੋਂ ਖੋਹਦਾ ਵੀ ਹਾਂ ਉਹਨਾਂ ਦਾ ਸਾਜੋ ਸਮਾਨ, ਤੇ ਉਹ ਸਭ ਲਿਆ ਕੇ ਆਪਣੇ ਘਰ ਵਿੱਚ ਮੈਂ ਸਦਾ ਵਰਤ ਲਗਾਇਆ ਹੋਇਆ। ਸਦਾ ਵਰਤ ਦਾ ਮਤਲਬ ਹੁੰਦਾ 24 ਘੰਟੇ ਲੰਗਰ। ਦੁਨੀਆ ਦਾ ਕੋਈ ਮਨੁੱਖ ਆਵੇ ਉਹਨੂੰ ਹਰ ਵਕਤ ਉੱਥੋਂ ਲੰਗਰ ਮਿਲੇ, ਉਸ ਨੂੰ ਸਦਾ ਵਰਤ ਆਖਦੇ ਨੇ। ਵੀ ਮੈਂ ਸਦਾ ਵਰਤ ਲਗਾਇਆ ਹੋਇਆ, ਤੇ ਲਗਾਇਆ ਕਿੱਥੋਂ ਹੈ? ਲੁੱਟ ਖਸੁੱਟ ਦੇ ਮਾਲ ਤੋਂ। ਤੇ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਜੇ ਪਾਪ ਕਰਮ ਕਰੀਏ ਤੇ ਉਹਦੇ ਥਾਂ ਤੇ ਉਹਦੇ ਬਦਲੇ ਵਿੱਚ ਪੁੰਨ ਕਰਮ ਕਰੀ ਜਾਈਏ ਨਾਲ ਦੀ ਨਾਲ, ਤੇ ਪਾਪ ਕਰਮ ਕੱਟੇ ਜਾਂਦੇ ਨੇ। ਇਹ ਉਹਨੇ ਕਿਸੇ ਤੋਂ ਸੁਣਿਆ ਹੋਇਆ ਸੀ। ਇਸ ਕਰਕੇ ਉਹ ਮਾੜੇ ਕਰਮ ਕਰਕੇ ਧਨ ਤੇ ਕਮਾਉਂਦਾ ਸੀ, ਲੇਕਿਨ ਨਾਲ ਸਦਾ ਵਰਤ ਲਗਾਇਆ ਹੋਇਆ ਸੀ ਕਿ ਮੇਰੇ ਪਾਪ ਨਾਲ ਦੀ ਨਾਲ ਬਖਸ਼ੀਂਦੇ ਰਹਿਣਗੇ। ਇਸ ਤਰ੍ਹਾਂ ਦੀ ਉਹਦੀ ਵਿਚਾਰ ਬਣੀ ਹੋਈ ਸੀ। ਗੁਰੂ ਸਾਹਿਬ ਨੇ ਜਦੋਂ ਉਹਨੂੰ ਦੁਬਾਰਾ ਪੁੱਛਿਆ ਵੀ ਤੂੰ ਦੱਸਿਆ ਨਹੀਂ ਤੇਰੀ ਕਿਰਤ ਕੀ ਹੈ, ਤੇ ਉਹਨੇ ਹੱਥ ਜੋੜ ਕੇ ਆਖਿਆ, ਮਹਾਂਪੁਰਸ਼ੋ ਮੈਂ ਕੀ ਦੱਸਾਂ, ਮੇਰੀ ਕਿਰਤ ਚੰਗੀ ਨਹੀਂ। ਸੱਚ ਮੂੰਹੋਂ ਨਿਕਲਿਆ, ਮੇਰੀ ਕਿਰਤ ਬਹੁਤ ਨਿੰਦਨਯੋਗ ਏ, ਮੈਂ ਕਦੀ ਕੋਈ ਚੰਗਾ ਕੰਮ ਨਹੀਂ ਕੀਤਾ। ਮੈਂ ਹੀ ਨਹੀਂ, ਮੇਰੇ ਪਿਓ ਦਾਦੇ ਬਜ਼ੁਰਗਾਂ ਤੋਂ ਇਹੋ ਹੀ ਕਿੱਤਾ ਅਸੀਂ ਕਰਦੇ ਆ ਰਹੇ ਹਾਂ, ਚੋਰੀਆਂ ਡਾਕੇ। ਮੇਰੀ ਕਿਰਤ ਚੰਗੀ ਨਹੀਂ। ਲੇਕਿਨ ਇੱਕ ਗੱਲ ਕੀਤੀ ਉਹਨੇ ਵੀ ਦੇਖੋ ਮਹਾਂਪੁਰਸ਼ੋ, ਭਾਵੇਂ ਮੇਰੀ ਕਿਰਤ ਮਾੜੀ ਏ ਪਰ ਮੈਂ ਕਰਮ ਤੇ ਚੰਗੇ ਕਰ ਰਿਹਾ। ਵੇਖੋ ਮੈਂ ਸਦਾ ਵਰਤ ਲਾਇਆ ਹੋਇਆ। ਇੱਥੇ ਬੜੇ ਮਹਾਂਪੁਰਸ਼ ਆਉਂਦੇ ਨੇ, ਸੰਤ ਜਨ ਆਉਂਦੇ ਨੇ, ਉਹ ਇੱਥੋਂ ਭੋਜਨ ਛਕਦੇ ਨੇ ਇਸ ਲੰਗਰ ਵਿੱਚੋਂ, ਤੇ ਭੋਜਨ ਛਕ ਕੇ ਮੈਨੂੰ ਬੜੀਆਂ ਅਸੀਸਾਂ ਦੇ ਕੇ ਜਾਂਦੇ ਨੇ। ਮੈਂ ਉਹਨਾਂ ਨੂੰ ਰੁਪਈਆ ਪੈਸਾ ਵੀ ਦੇਣਾ, ਉਹਨਾਂ ਨੂੰ ਮੈਂ ਬਸਤਰ ਵੀ ਲੈ ਕੇ ਦੇਣਾ, ਉਹਨਾਂ ਦੀ ਮੈਂ ਬੜੀ ਖੂਬ ਟਹਿਲ ਪਾਣੀ ਕਰਦਾ। ਤੇ ਗੁਰੂ ਮਹਾਰਾਜ ਜੀ ਨੇ ਆਖਿਆ ਸੀ, ਭਾਈ ਗੁਰਮੁਖਾ ਸਾਨੂੰ ਇਹ ਗੱਲ ਦੱਸ, ਮਾਰਨ ਪਾਹੇ ਹਰਾਮ ਮਹਿ, ਹੋਏ ਹਲਾਲ ਨਾ ਜਾਏ। ਜੇ ਹਰਾਮ ਦੀ ਕਮਾਈ ਲਿਆ ਕੇ ਘਰ ਉਹਦਾ ਭੋਜਨ ਤਿਆਰ ਕਰੀਏ, ਵਿੱਚ ਖੂਬ ਮਸਾਲੇ ਪਾ ਲਈਏ, ਤੇ ਉਹ ਮਸਾਲੇ ਪਾਉਣ ਨਾਲ ਉਹ ਜਿਹੜੀ ਹਰਾਮ ਦੀ ਕਮਾਈ ਹਲਾਲ ਦੀ ਨਹੀਂ ਬਣ ਜਾਂਦੀ। ਇਹ ਬਚਨ ਆਖੇ ਗੁਰੂ ਮਹਾਰਾਜ ਜੀ ਨੇ। ਇਹ ਆਪਾਂ ਸਭਨਾਂ ਨੇ ਵੇਖਣਾ ਹੈ ਜੀ, ਆਪਣੇ ਆਪਣੇ ਅੰਦਰ। ਮੈਂ ਵੀ ਝਾਤੀ ਮਾਰਨੀ ਹੈ ਤੇ ਤੁਸੀਂ ਵੀ। ਗੁਰੂ ਮਹਾਰਾਜ ਜੀ ਨੂੰ ਇਹੋ ਜੀ ਕਮਾਈ ਦਾ ਭੋਜਨ, ਇਹੋ ਜੀ ਕਮਾਈ ਦਾ ਲੰਗਰ, ਇਹੋ ਜੀ ਕਮਾਈ ਦੇ ਆ ਤੁਸੀਂ ਰੁਮਾਲੇ ਲਿਆ ਚੜਾਉਂਦੇ ਹੋ, ਕੋਈ ਨਹੀਂ ਮਨਜ਼ੂਰ। ਇਹੋ ਜੀ ਕਮਾਈ ਦਾ ਕੁਝ ਵੀ ਮਨਜ਼ੂਰ ਨਹੀਂ ਜੇ ਗੁਰੂ ਨਾਨਕ ਸਾਹਿਬ ਨੂੰ। ਗੁਰੂ ਨਾਨਕ ਸਾਹਿਬ ਨੂੰ ਜੇ ਕੁਝ ਮਨਜ਼ੂਰ ਏ ਤੇ ਉਹ ਸਭ ਤੋਂ ਪਹਿਲਾਂ ਗੱਲ ਹੀ ਕਰਦੇ ਹੁੰਦੇ ਸੀ ਵੀ ਤੇਰੀ ਕਿਰਤ ਕਿਹੋ ਜਿਹੀ ਏ। ਮੈਂ ਇੱਕ ਛੋਟਾ ਜਿਹਾ ਬਚਨ ਤੁਹਾਡੇ ਨਾਲ ਕਰਨਾ ਚਾਹੁੰਦਾ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਨਾ ਇੱਕ ਪਿੰਡ ਦਾ ਤਕੜਾ ਸ਼ਾਹੂਕਾਰ ਆਇਆ ਸੀ, ਤੇ ਉਸਨੇ ਗੁਰੂ ਮਹਾਰਾਜ ਜੀ ਕੋਲੋਂ ਆ ਕੇ ਨਾ ਨਾਮ ਦੀ ਯਾਚਨਾ ਕੀਤੀ ਕਿ ਮੈਨੂੰ ਨਾਮ ਦਾਨ ਦਿਓ, ਜੋ ਤੁਸੀਂ ਆਪਣੇ ਸਿੱਖਾਂ ਨੂੰ ਦਿੰਦੇ ਹੋ ਮੈਨੂੰ ਵੀ ਦਿਓ, ਮੈਂ ਨਾਮ ਜਪਿਆ ਕਰਾਂ, ਤੇ ਜਿਵੇਂ ਤੁਹਾਡੇ ਸਿੱਖ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਮੈਂ ਵੀ ਚੜ੍ਹਦੀ ਕਲਾ ਵਿੱਚ ਰਿਹਾ ਕਰਾਂ।
ਗੁਰੂ ਮਹਾਰਾਜ ਨੇ ਸਭ ਤੋਂ ਪਹਿਲਾਂ ਪੁੱਛਿਆ, ਕੰਮ ਕੀ ਕਰਦਾ? ਉਹ ਆਖਣ ਲੱਗਾ ਵੀ ਜੀ ਨਾਮ ਨਾਲ ਤੇ ਕੰਮ ਦਾ ਕੀ ਸੰਬੰਧ ਏ? ਮੈਂ ਤੇ ਤੁਹਾਡੇ ਤੋਂ ਨਾਮ ਦੀ ਮੰਗ ਕੀਤੀ ਏ, ਮੈਂ ਨਾਮ ਜਪਿਆ ਕਰਾਂਗਾ, ਤੁਸੀਂ ਮੈਨੂੰ ਨਾਮ ਦਾਨ ਦਿਓ। ਗੁਰੂ ਜੀ ਆਖਣ ਲੱਗੇ, ਕਿਰਤ ਚੰਗੀ ਤੋਂ ਬਿਨਾਂ ਨਾਮ ਜਪਿਆ ਹੀ ਨਹੀਂ ਜਾ ਸਕਦਾ। ਜੇ ਜਪੇਗਾ ਤੇ ਉਹ ਪਖੰਡ ਹੋਏਗਾ, ਉਹ ਇੱਕ ਕਰਮ ਕਾਂਡ ਹੋਏਗਾ। ਅਸੀਂ ਮਾਨਵਤਾ ਨੂੰ ਕਰਮ ਕਾਂਡਾਂ ਚੋਂ ਕੱਢਣਾ ਚਾਹੁੰਦੇ ਹਾਂ। ਅਸੀਂ ਤੁਹਾਨੂੰ ਕਰਮ ਕਾਂਡਾਂ ਵਿੱਚ ਫਸਾਉਣਾ ਨਹੀਂ ਚਾਹੁੰਦੇ। ਤੁਹਾਨੂੰ ਕਰਮ ਕਾਂਡਾਂ ਵਿੱਚੋਂ ਕੱਢ ਕੇ ਤੁਹਾਨੂੰ ਸੱਚ ਨਾਲ ਜੋੜਨਾ ਚਾਹੁੰਦੇ ਹਾਂ। ਜੇ ਸੱਚਮੁੱਚ ਤੇਰਾ ਇਰਾਦਾ ਹੈ ਨਾਮ ਜਪਣ ਦਾ, ਤੇ ਪਹਿਲਾਂ ਆਪਣੀ ਕਿਰਤ ਠੀਕ ਕਰ। ਤੇਰੀ ਕਿਰਤ ਕੀ ਹੈ? ਉਹ ਆਖਣ ਲੱਗਾ, ਜੀ ਮੈਂ ਸੁਨਿਆਰਾ ਹਾਂ, ਸੋਨੇ ਦਾ ਕੰਮ ਕਰਦਾ, ਲੇਕਿਨ ਅਸੀਂ ਤੇ ਆਪਣੀ ਮਾਂ ਨੂੰ ਵੀ ਨਹੀਂ ਬਖਸ਼ਦੇ। ਇਹ ਉਹਦੇ ਬਚਨ ਨੇ ਜੀ, ਇਤਿਹਾਸ ਵਿੱਚ ਲਿਖੇ ਨੇ। ਮੈਂ ਨਹੀਂ ਕਹਿੰਦਾ ਬਖਸ਼ਦੇ ਨੇ ਕਿ ਨਹੀਂ ਬਖਸ਼ਦੇ, ਪਰ ਉਹ ਇਸ ਤਰ੍ਹਾਂ ਹੀ ਲਿਖਿਆ ਹੋਇਆ। ਉਹ ਸੁਨਿਆਰਾ ਕਹਿੰਦਾ, ਜੀ ਅਸੀਂ ਤੇ ਆਪਣੀ ਮਾਂ ਨੂੰ ਵੀ ਨਹੀਂ ਬਖਸ਼ਦੇ, ਉਹਦਾ ਵੀ ਗਹਿਣਾ ਬਣਾਉਣਾ ਹੋਵੇ ਤਾਂ ਟਾਂਕਾ ਲਾ ਹੀ ਲੈਂਦੇ ਹਾਂ। ਤੇ ਗੁਰੂ ਮਹਾਰਾਜ ਨੇ ਆਖਿਆ, ਪਹਿਲਾਂ ਇਸ ਨੂੰ ਠੀਕ ਕਰ, ਨਾਮ ਦਾਨ ਬਾਅਦ ਵਿੱਚ ਲੈਣ ਆਈ, ਤੈਨੂੰ ਮਿਲ ਜਾਏਗਾ। ਸੋ ਜੀ ਗੁਰਮਤਿ ਦਾ ਇਹ ਮੁੱਢਲਾ ਅਸੂਲ ਹੈ। ਨਾਮ ਬਾਅਦ ਵਿੱਚ ਜਪੋ, ਪਹਿਲਾਂ ਕਿਰਤ ਵੇਖੋ ਕਿ ਅਸੀਂ ਕਰ ਕੀ ਰਹੇ ਹਾਂ। ਇੱਕ ਅਖਾਣ ਹੈ ਗੁਰਮੁਖੀ ਦਾ, ਜੈਸਾ ਅੰਨ ਤੈਸਾ ਮਨ। ਜਿਹੋ ਜਿਹਾ ਅਸੀਂ ਖਾਵਾਂਗੇ ਉਹੋ ਜੀ ਸਾਡੀ ਵਿਚਾਰ ਬਣੇਗੀ, ਉਹੋ ਜੀ ਸਾਡੀ ਸੋਚ ਸਮਝ ਬਣੇਗੀ, ਤੇ ਫਿਰ ਅਸੀਂ ਉਸੇ ਹੀ ਮਾਰਗ ਤੇ ਅੱਗੇ ਤੋਂ ਅੱਗੇ ਤੁਰੇ ਜਾਵਾਂਗੇ। ਇਸ ਭਾਈ ਭੂਮੀਏ ਨੇ ਆਖਿਆ, ਜੀ ਮੈਂ ਕਿਰਤ ਤੇ ਮੇਰੀ ਚੰਗੀ ਨਹੀਂ, ਪਰ ਮੈਨੂੰ ਲੋਕ ਬੜੀਆਂ ਅਸੀਸਾਂ ਦਿੰਦੇ ਨੇ। ਗੁਰੂ ਸਾਹਿਬ ਨੇ ਇੱਕ ਬਚਨ ਹੋਰ ਆਖਿਆ, ਆਖਣ ਲੱਗੇ, ਅਸੀਸਾਂ ਨਾਲ ਤੂੰ ਕਹਿਣਾ ਏ ਕਿ ਪਾਪ ਕਰਮ ਮਿਟ ਜਾਂਦੇ ਨੇ, ਪਰ ਮੈਨੂੰ ਇੱਕ ਗੱਲ ਦੱਸ, ਜੇ ਕੱਲ੍ਹ ਨੂੰ ਤੂੰ ਕਿਤੇ ਚੋਰੀ ਕਰਦਾ ਫੜਿਆ ਜਾਏ ਤੇ ਤੈਨੂੰ ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ ਜਾਏ, ਰਾਜਾ ਤੈਨੂੰ ਫਾਂਸੀ ਦੀ ਸਜ਼ਾ ਦੇ ਦੇਵੇ, ਤੇ ਉਹ ਸਾਧੂ ਸੰਤ ਜਿਹੜੇ ਤੈਨੂੰ ਅਸੀਸਾਂ ਦਿੰਦੇ ਨੇ, ਸੂਲੀ ਉਹ ਚੜਨਗੇ ਕਿ ਤੂੰ ਚੜੇਂਗਾ? ਇਹ ਗੱਲ ਦੱਸ ਮੈਨੂੰ। ਉਹਨੇ ਆਖਿਆ, ਜੀ ਚੋਰੀ ਮੈਂ ਕਰਦਾ, ਫਾਂਸੀ ਤੇ ਫਿਰ ਮੈਂ ਹੀ ਚੜਾਂਗਾ, ਉਹ ਖਾਣ ਵਾਲੇ ਥੋੜ੍ਹੀ ਚੜਨਗੇ। ਅੱਜ ਜੀ ਇਹ ਚੀਜ਼ਾਂ ਸਾਡੇ ਸਭਨਾਂ ਤੇ ਲਾਗੂ ਹੁੰਦੀਆਂ ਨੇ। ਆ ਹੁਣ ਸ਼ਰਾਧ ਕਰਾਉਂਦੇ ਆ, ਸੱਦ ਕੇ ਗ੍ਰੰਥੀਆਂ ਨੂੰ ਰੋਟੀਆਂ ਖਵਾ ਰਹੇ ਆ। ਇਹਦੀ ਜੀ ਬਿਲਕੁਲ ਨਹੀਂ ਜੇ ਲੋੜ, ਕੋਈ ਜ਼ਰੂਰਤ ਨਹੀਂ ਕਿਸੇ ਨੂੰ ਰੋਟੀ ਖਵਾਉਣ ਦੀ। ਕਿਰਤ ਚੰਗੀ ਕਰੋ, ਉਹਨਾਂ ਨੂੰ ਰੋਟੀਆਂ ਖਵਾ ਕੇ ਤੁਹਾਡਾ ਇੱਕ ਨਵੇਂ ਪੈਸੇ ਦਾ ਫਾਇਦਾ ਨਹੀਂ ਹੋਣ ਵਾਲਾ, ਇੱਕ ਨਵੇਂ ਪੈਸੇ ਦਾ ਵੀ। ਭਾਵੇਂ ਸੱਚਾਈ ਏ, ਕੌੜੀ ਕੌੜੀ ਲੱਗਣੀ ਏ ਤੁਹਾਨੂੰ, ਪਰ ਸੱਚਾਈ ਤੇ ਸੱਚਾਈ ਰਹਿਣੀ ਹੈ। ਗੁਰੂ ਨਾਨਕ ਦੇ ਬਚਨ ਨੇ ਜੀ, ਮੇਰੇ ਤੇ ਨਹੀਂ ਹਨੇ। ਗੁਰਬਾਣੀ ਵਿੱਚ ਤੇ ਸਾਫ਼ ਹੀ ਲਿਖਿਆ ਹੋਇਆ ਹੈ ਕਿ ਜੀਵਤ ਪਿੱਤਰ ਨ ਮਾਨੈ ਕੋ, ਮੂਏ ਸਰਾਧ ਕਰਾਹੀ, ਪਿੱਤਰ ਭੀ ਬਪਰੇ ਕਹੋ ਕਿਉਂ ਪਾਵੇ, ਕਊਆ ਕੂਕਰ ਖਾਹੀ। ਇਹ ਤੇ ਕਾਂ ਕੁੱਤੇ ਖਾਂਦੇ ਨੇ, ਉੱਥੇ ਤੁਸੀਂ ਲਿਜਾਏ ਗ੍ਰੰਥੀਆਂ ਨੂੰ ਬਿਠਾਉਂਦੇ ਹੋ। ਉਹਨਾਂ ਨੂੰ ਕਿਹੜੀ ਪਦਵੀ ਦਿੱਤੀ ਜਾ ਰਹੀ ਹੈ? ਕਾਵਾਂ ਕੁੱਤਿਆਂ ਵਾਲੀ, ਜਿਨ੍ਹਾਂ ਨੂੰ ਤੁਸੀਂ ਸ਼ਰਾਧ ਖਵਾ ਰਹੇ ਹੋ। ਖਾਣ ਵਾਲੇ ਵੀ ਨਹੀਂ ਸੋਚਦੇ ਵੀ ਅਸੀਂ ਕਾਂ ਕੁੱਤੇ ਬਣਨ ਜਾਣਾ ਉੱਥੇ, ਉਹ ਵੀ ਖਾਣ ਤੁਰ ਪੈਂਦੇ ਨੇ ਰੱਖ ਕੇ ਮੋਢਿਆਂ ਤੇ ਪਰਨੇ। ਇਹਦੀ ਜੀ ਬਿਲਕੁਲ ਜ਼ਰੂਰਤ ਨਹੀਂ। ਇਹਨਾਂ ਲੋਕਾਂ ਨੇ ਨਹੀਂ ਜੇ ਸਮਝਣਾ, ਤੁਸੀਂ ਤਾਂ ਸਮਝੋ ਕਮ ਸੇ ਕਮ। ਇਹਨਾਂ ਲੋਕਾਂ ਨੂੰ ਬਿਲਕੁਲ ਨਾ ਸੱਦੋ ਰੋਟੀਆਂ, ਉਹ ਜਿਹੜੇ ਸ਼ਰਾਧ ਖਵਾਉਣ ਲਈ। ਜ਼ਰੂਰ ਇੱਜ਼ਤ ਮਾਣ ਦਿਓ, ਸਤਿਕਾਰ ਦਿਓ, ਮਾਇਆ ਦਿਓ, ਧਨ ਦਿਓ, ਬਸਤਰ ਦਿਓ, ਇਹਨਾਂ ਨੂੰ ਜੋ ਸੇਵਾ ਕਰਨੀ ਕਰੋ, ਪਰ ਉਸ ਆੜ ਵਿੱਚ ਨਹੀਂ ਕਰੋ ਕਿ ਸਾਡਾ ਕੁਝ ਭਲਾ ਹੋ ਜਾਏਗਾ। ਉਹ ਨਹੀਂ ਜੇ ਹੋਣ ਵਾਲਾ। ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਭੂਮੀਆਂ ਮੈਨੂੰ ਇਹ ਗੱਲ ਦੱਸ, ਆ ਜਿਹੜੇ ਤੇਰੇ ਲਈ ਅਰਦਾਸਾਂ ਕਰਦੇ, ਜਿਹੜੇ ਤੈਨੂੰ ਅਸੀਸਾਂ ਦਿੰਦੇ, ਜਿੱਦਣ ਤੂੰ ਫਸ ਗਿਓ ਚੋਰੀ ਕਰਦਾ, ਉਹ ਅਸੀਸਾਂ ਦੇਣ ਵਾਲੇ ਫਾਹੇ ਲੱਗਣਗੇ ਕਿ ਤੂੰ ਲੱਗੇਗਾ। ਉਹਦੀਆਂ ਅੱਖਾਂ ਵੀ ਖੁੱਲ ਗਈਆਂ ਤੇ ਕੰਨ ਵੀ ਖੁੱਲ ਗਏ ਵੀ ਤੁਸੀਂ ਇੱਕਦਮ ਠੀਕ ਆਖਿਆ ਹੈ, ਫਾਹੇ ਤਾਂ ਮੈਂ ਹੀ ਲੱਗਣਾ, ਉਹਨਾਂ ਨੇ ਥੋੜ੍ਹਾ ਲੱਗਣਾ। ਉਹ ਤੇ ਖਾ ਕੇ ਚਲੇ ਗਏ, ਬਨਾਵਟੀ ਅਰਦਾਸਾਂ ਕਰਕੇ, ਝੂਠੀਆਂ ਤੇ ਝੂਠੀਆਂ ਅਸੀਸਾਂ ਦੇ ਕੇ ਉਹ ਤਾਂ ਚਲੇ ਗਏ। ਫਾਹੇ ਮੈਂ ਲੱਗਾਂਗਾ। ਤੇ ਗੁਰੂ ਜੀ ਨੇ ਆਖਿਆ, ਫਿਰ ਇਸ ਕਿਰਤ ਨੂੰ ਛੱਡ,
ਤਾਂ ਮੈਂ ਤੇਰੇ ਘਰੋਂ ਭੋਜਨ ਛਕ ਸਕਦਾ। ਉਹਨੇ ਆਖਿਆ ਜੀ ਤੁਹਾਡੇ ਦਰਸ਼ਨ ਕਰਕੇ ਮੈਨੂੰ ਇੱਕ ਤੇ ਸੋਝੀ ਆ ਗਈ ਹੈ ਕਿ ਸੱਚ ਬੋਲਣਾ ਚਾਹੀਦਾ ਹੈ। ਮੈਂ ਝੂਠ ਤੁਹਾਡੇ ਸਾਹਮਣੇ ਬੋਲ ਹੀ ਨਹੀਂ ਪਾ ਰਿਹਾ ਤੇ ਮੈਂ ਸੱਚ ਬੋਲਣਾ ਚਾਹੁੰਦਾ ਕਿ ਮੈਂ ਚੋਰੀ ਨਹੀਂ ਛੱਡ ਸਕਦਾ। ਮੈਨੂੰ ਆਦਤ ਪੈ ਚੁੱਕੀ ਏ ਤੇ ਇਹ ਆਦਤ ਇੱਕਦਮ ਮੇਰੇ ਤੋਂ ਨਹੀਂ ਛੱਡੀ ਜਾਣੀ। ਗੁਰੂ ਜੀ ਨੇ ਆਖਿਆ ਚੱਲ ਤੂੰ ਚੋਰੀ ਕਰਦਾ ਰਹੀਂ, ਅਸੀਂ ਤੈਨੂੰ 3 ਬਚਨ ਦੇਨੇ ਆ, ਉਹ 3 ਬਚਨ ਤੂੰ ਜ਼ਿੰਦਗੀ ਵਿੱਚ ਕਮਾਉਣੇ ਨੇ। ਤੂੰ ਸੱਚ ਬੋਲਦਾ ਏ, ਸੱਚ ਦੱਸ ਕਮਾਏਗਾ ਕਿ ਨਹੀਂ। ਉਹਨੇ ਆਖਿਆ ਜੀ ਮੈਂ ਜ਼ਰੂਰ ਕਮਾਵਾਂਗਾ ਤੁਹਾਡੇ 3 ਬਚਨ, ਤੁਸੀਂ ਮੈਨੂੰ ਬਚਨ ਦਿਓ। ਗੁਰੂ ਮਹਾਰਾਜ ਨੇ ਪਹਿਲਾ ਬਚਨ ਦਿੱਤਾ ਸੀ ਸੱਚ ਬੋਲਣਾ। ਜਿਵੇਂ ਜਿਵੇਂ ਅਸੀਂ ਸੱਚ ਬੋਲਣ ਦੇ ਧਾਰਨੀ ਹੋਵਾਂਗੇ ਤਿਵੇਂ ਤਿਵੇਂ ਸਾਡਾ ਸੱਚ ਨਾਲ ਸੰਬੰਧ ਬਣਨਾ ਸ਼ੁਰੂ ਹੋ ਜਾਏਗਾ। ਤੇ ਓੜਕ ਸੱਚ ਹੈ ਕੀ ਏ? ਸਾਡਾ ਬੋਲਿਆ ਝੂਠ ਹੋ ਸਕਦਾ ਹੈ ਕਿਉਂਕਿ ਅਸੀਂ ਖੁਦ ਹੀ ਝੂਠ ਹਾਂ, ਅਸੀਂ ਸਦੀਵੀ ਸੱਚ ਨਹੀਂ ਹਾਂ। ਪਰ ਸਦੀਵੀ ਸੱਚ ਹੈ ਇੱਕ ਪ੍ਰਭੂ ਪਰਮਾਤਮਾ। ਜੇ ਅਸੀਂ ਸੱਚ ਨਾਲ ਇਸ ਤਰ੍ਹਾਂ ਜੁੜਨੇ ਸ਼ੁਰੂ ਹੋ ਜਾਈਏ, ਸੱਚ ਬੋਲਣ ਲੱਗ ਪਈਏ, ਸੱਚ ਸੁਣਨ ਲੱਗ ਪਈਏ, ਸੱਚ ਦੇ ਆਦੀ ਹੋ ਜਾਈਏ, ਹੌਲੀ ਹੌਲੀ ਅਸੀਂ ਉਸ ਅਖੀਰਲੇ ਸੱਚ ਤੱਕ ਪਹੁੰਚ ਜਾਵਾਂਗੇ। ਅਖੀਰਲਾ ਸੱਚ ਹੈ ਪਰਮਾਤਮਾ। ਬਾਕੀ ਸਭ ਕੁਝ ਝੂਠ ਹੈ, ਬਾਕੀ ਸਭ ਕੁਝ ਨਾਸ਼ਵੰਤ ਹੈ। ਇਹ ਜੇ ਸੱਚ ਵੀ ਹੈ ਤੇ ਵਕਤੀ ਸੱਚ ਹੈ, ਸਦੀਵੀ ਸੱਚ ਨਹੀਂ। ਉਸ ਸੱਚ ਨਾਲ ਜੁੜਨ ਲਈ ਸਾਨੂੰ ਗੁਰੂ ਮਹਾਰਾਜ ਜੀ ਪ੍ਰੇਰਨਾ ਕਰਦੇ ਨੇ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ, ਜਿਨ ਸੱਚ ਪੱਲੇ ਹੋਏ। ਜਿਨ੍ਹਾਂ ਦੇ ਪੱਲੇ ਸੱਚ ਹੁੰਦਾ ਹੈ ਜੀ, ਉਹਨਾਂ ਦੇ ਅੰਦਰੋਂ ਕੂੜ ਤੇ ਝੂਠ ਨਿਕਲ ਜਾਂਦਾ। ਸੱਚ ਆਪਣੇ ਆਪ ਕੱਢ ਦਿੰਦਾ ਹੈ, ਕੱਢਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਸੱਚ ਅੰਦਰ ਜਾਏਗਾ, ਝੂਠ ਨਿਕਲੇਗਾ। ਤੁਸੀਂ ਲਾਈਟ ਬਾਲੋ, ਹਨੇਰੇ ਨੂੰ ਕੱਢਣ ਦੀ ਲੋੜ ਨਹੀਂ, ਆਪਣੇ ਆਪ ਨਿਕਲਣਾ ਸ਼ੁਰੂ ਹੋ ਜਾਏਗਾ। ਸ਼ੁਰੂ ਕੀ ਨਿਕਲ ਜਾਏਗਾ। ਸੱਚ ਬੋਲਣਾ ਸ਼ੁਰੂ ਕਰੀਏ, ਸੱਚ ਸੁਣਨਾ ਸ਼ੁਰੂ ਕਰੀਏ, ਸੱਚ ਦੀ ਕਮਾਈ ਸ਼ੁਰੂ ਕਰੀਏ, ਸੱਚ ਦੇ ਉੱਤੇ ਪਹਿਰਾ ਦੇਣਾ ਸ਼ੁਰੂ ਕਰੀਏ ਤੇ ਸਭ ਕੁਝ ਹੌਲੀ ਹੌਲੀ ਅਸੀਂ ਅਖੀਰਲੇ ਸੱਚ ਪਰਮਾਤਮਾ ਤੱਕ ਪਹੁੰਚ ਜਾਵਾਂਗੇ। ਇਹ ਬਚਨ ਪਹਿਲਾ ਦਿੱਤਾ। ਦੂਜਾ ਬਚਨ ਸੀ ਗਰੀਬ ਮਾਰ ਨਹੀਂ ਕਰਨੀ। ਗਰੀਬ ਮਾਰ ਦੇ ਕਈ ਅਰਥ ਨੇ ਜੀ। ਜਿਵੇਂ ਉਹ ਤੇ ਗਰੀਬ ਮਾਰ ਸੱਚੀ ਮੁੱਚੀ ਕਰਦਾ ਸੀ ਕਿ ਤੁਰਿਆ ਜਾਂਦਿਆਂ ਰਾਹੀਆਂ ਨੂੰ ਲੁੱਟ ਲੈਣਾ, ਭਾਵੇਂ ਉਹ ਗਰੀਬ ਹੋਵੇ ਭਾਵੇਂ ਅਮੀਰ ਹੋਵੇ, ਉਹਦਾ ਇੱਕ ਕਿੱਤਾ ਬਣ ਚੁੱਕਾ ਸੀ। ਪਰ ਅਸੀਂ ਕਈ ਤਰੀਕਿਆਂ ਨਾਲ ਗਰੀਬ ਮਾਰ ਕਰ ਸਕਦੇ ਹਾਂ। ਉਹ ਸਾਨੂੰ ਨਹੀਂ ਕਰਨੀ ਚਾਹੀਦੀ। ਕਿਸੇ ਨੂੰ ਵੀ, ਮੈਂ ਹੋਵਾਂ ਤੁਸੀਂ ਹੋਵੋ, ਕੋਈ ਵੀ ਹੋਵੇ, ਗਰੀਬ ਮਾਰ ਨਹੀਂ ਕਰਨੀ। ਤੀਸਰਾ ਬਚਨ ਸੀ ਲੂਣ ਖਾ ਕੇ ਕਿਸੇ ਦਾ ਹਰਾਮ ਨਹੀਂ ਕਰਨਾ। ਇਹ 3 ਬਚਨ ਗੁਰੂ ਮਹਾਰਾਜ ਜੀ ਨੇ ਉਸ ਭੂਮੀਏ ਜ਼ਿਮੀਂਦਾਰ ਨੂੰ ਦਿੱਤੇ ਸਨ ਤੇ ਉਹਨੂੰ ਪੁੱਛਿਆ ਸੀ ਕਿ ਤੈਨੂੰ ਇਹ 3 ਬਚਨ ਮਨਜ਼ੂਰ ਨੇ? ਉਹਨੇ ਆਖਿਆ ਜੀ ਮੈਂ ਚੋਰੀ ਤੇ ਨਹੀਂ ਛੱਡਾਂਗਾ, ਪਰ ਮੈਂ ਤੁਹਾਡੇ ਆ 3 ਬਚਨਾਂ ਦੀ ਕਮਾਈ ਜੀ ਜਾਨ ਨਾਲ ਕਰਾਂਗਾ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਤੁਹਾਡੇ ਇਹਨਾਂ ਬਚਨਾਂ ਤੇ ਪੂਰਾ ਉਤਰਾਂਗਾ। ਗੁਰੂ ਮਹਾਰਾਜ ਜੀ ਨੇ ਆਖਿਆ ਸੀ ਭੂਮੀਆਂ, ਜੇ ਤੂੰ ਸਾਡੇ ਬਚਨਾਂ ਤੇ ਪੂਰਾ ਉਤਰੇਂਗਾ ਤੇ ਅਸੀਂ ਵੀ ਆਪਣੇ ਬਚਨਾਂ ਤੇ ਪੂਰੇ ਉਤਰਾਂਗੇ। ਸਾਡਾ ਬਚਨ ਇਹ ਆ ਕਿ ਤੂੰ ਆ 3 ਬਚਨ ਕਮਾ ਲਈ, ਤੇਰਾ ਭਲਾ ਹੋ ਜਾਏਗਾ। ਅਸੀਂ ਤੈਨੂੰ ਝੂਠੀਆਂ ਅਸੀਸਾਂ ਨਹੀਂ ਦੇ ਸਕਦੇ, ਤੇਰੇ ਲਈ ਝੂਠੀਆਂ ਅਰਦਾਸਾਂ ਤਾਂ ਨਹੀਂ ਕਰ ਸਕਦੇ, ਪਰ ਜੇ ਤੂੰ ਆ 3 ਸਾਡੇ ਬਚਨ ਕਮਾ ਕੇ ਸਾਨੂੰ ਕਹਿੰਦਾ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਪੂਰਾ ਉਤਰਾਂਗਾ, ਤੇ ਮੈਂ ਵੀ ਤੈਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਵੀ ਪੂਰੇ ਉਤਰਾਂਗੇ। ਤੇਰਾ ਭਲਾ ਹੋਏਗਾ। ਆ 3 ਬਚਨ ਨਾ ਛੱਡੀ। ਗੁਰੂ ਸਾਹਿਬ ਜੀ ਨੇ ਬਚਨ ਦਿੱਤੇ ਸਨ ਉਸ ਨੂੰ। ਅੱਗੇ ਇਤਿਹਾਸ ਵਿੱਚ ਲਿਖਿਆ ਜੀ ਉਹ ਕੁਛ ਦਿਨ ਚੋਰੀ ਡਾਕਾ ਉਹਨੇ ਬੰਦ ਕਰਤਾ ਕਿ ਹੁਣ ਨਹੀਂ ਕਰਨਾ, ਪਰ ਉਹ ਆਦਤ ਪਈ ਸੀ, ਅੰਦਰੋਂ ਟਿਕਣ ਨਹੀਂ ਸੀ ਦਿੰਦੀ ਆਦਤ। ਤੇ ਇੱਕ ਦਿਨ ਸੋਚਦਾ ਵੀ ਚਲੋ ਹੁਣ ਗੁਰੂ ਜੀ ਨੇ ਆਖਿਆ ਗਰੀਬ ਮਾਰ ਨਹੀਂ ਕਰਨੀ, ਚਲੋ ਅੱਜ ਰਾਜੇ ਦੇ ਦਰਬਾਰ ਚੱਲਦੇ ਹਾਂ, ਰਾਜੇ ਦੇ ਘਰ ਚੱਲਦੇ ਹਾਂ, ਰਾਜੇ ਦੀ ਚੋਰੀ ਕਰਦੇ ਹਾਂ। ਉਹ ਤੇ ਗਰੀਬ ਨਹੀਂ ਨਾ। ਉੱਥੇ ਚਲਾ ਗਿਆ, ਰਾਜੇ ਦੇ ਘਰ ਵਿੱਚ ਚੋਰੀ ਕਰਨ ਜਾਣਾ ਸੀ
ਤੇ ਬਸਤਰ ਵੀ ਉਹਨੇ ਰਾਜਕੁਮਾਰਾਂ ਵਾਲੇ ਪਹਿਨੇ। ਸੋਹਣੀ ਦਸਤਾਰ ਸਜਾ ਕੇ ਉੱਤੇ ਕਲਗੀ ਜਿਵੇਂ ਰਾਜੇ ਲਗਾਉਂਦੇ ਨੇ, ਉਹ ਪਹੁੰਚ ਗਿਆ। ਰਾਤ ਦਾ ਵਕਤ ਸੀ। ਦਰਬਾਨਚੀ ਉੱਥੇ ਦਰਵਾਜ਼ੇ ਤੇ ਖਲੋਤਾ ਸੀ। ਘਰ ਵਾਲੇ ਸਭ ਸੁੱਤੇ ਹੋਏ ਸਨ। ਤੇ ਜਦੋਂ ਉਹ ਗਿਆ ਤੇ ਦਰਬਾਨਚੀ ਨੇ ਪੁੱਛਿਆ ਵੀ ਤੂੰ ਕੌਣ ਏ? ਇੱਕਦਮ ਠਿਠੰਬਰ ਗਿਆ, ਕੰਬ ਗਿਆ ਅੰਦਰ ਕਿ ਮੈਂ ਹੁਣ ਸੱਚ ਬੋਲਾਂ ਕਿ ਨਾ। ਪਰ ਗੁਰੂ ਨਾਨਕ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਹੋਇਆ ਕਿ ਮੈਂ ਸੱਚ ਬੋਲਾਂਗਾ। ਸੱਚ ਬੋਲ ਦਿੱਤਾ ਜੀ ਇੱਕਦਮ। ਦਰਬਾਨਚੀ ਨੂੰ ਕਹਿੰਦਾ ਮੈਂ ਚੋਰ ਹਾਂ। ਦਰਬਾਨਚੀ ਸੋਚਦਾ ਹੈ ਕਿ ਜਿਹੜਾ ਚੋਰ ਹੁੰਦਾ ਉਹ ਕਦੀ ਨਹੀਂ ਆ ਕੇ ਕਹਿੰਦਾ ਮੈਂ ਚੋਰ ਹਾਂ, ਨਾਲੇ ਇਹਦੀ ਪੋਸ਼ਾਕ ਤੋਂ ਇਹ ਚੋਰ ਨਹੀਂ ਲੱਗਦਾ। ਮੈਂ ਗਲਤੀ ਕੀਤੀ ਇਹਨੂੰ ਪੁੱਛ ਕੇ, ਤੇ ਸੱਚਮੁੱਚ ਕੋਈ ਰਾਜੇ ਦਾ ਮਹਿਮਾਨ ਹੈ। ਤੇ ਉਹਨੇ ਹੱਥ ਜੋੜੇ ਕਿ ਜੀ ਬੁਰਾ ਨਾ ਮਨਾਣਾ, ਮੇਰੀ ਡਿਊਟੀ ਸੀ, ਮੈਂ ਤਾਂ ਤੁਹਾਨੂੰ ਪੁੱਛਿਆ, ਤੁਸੀਂ ਅੰਦਰ ਜਾ ਸਕਦੇ ਹੋ। ਉਹ ਅੰਦਰ ਚਲਾ ਗਿਆ। ਉਹਨੇ ਰਾਜ ਮਹੱਲ ਦੀ ਤਲਾਸ਼ੀ ਲਈ। ਜੋ ਕੁਛ ਉਹਨੂੰ ਗਹਿਣਾ ਗੱਟਾ ਪੈਸਾ ਧੇਲਾ ਉਹਦੇ ਹੱਥ ਲੱਗਾ, ਉਹਨੇ ਉਹ ਸਾਰਾ ਇਕੱਠਾ ਕੀਤਾ, ਇੱਕ ਪੋਟਲੀ ਬੰਨ੍ਹ ਲਈ ਤੇ ਤੁਰਨ ਲੱਗਾ ਪੋਟਲੀ ਬੰਨ੍ਹ ਕੇ। ਤੇ ਉੱਥੇ ਇਤਿਹਾਸ ਵਿੱਚ ਲਿਖਿਆ, ਭਾਈ ਵੀਰ ਸਿੰਘ ਨੇ ਵੀ ਇਹ ਗੱਲ ਲਿਖੀ ਵੀ ਇੱਕ ਨਾ ਪਲੇਟ ਪਈ ਸੀ, ਉਹਦੇ ਵਿੱਚ ਕੁਝ ਖਾਣ ਵਾਲੀ ਚੀਜ਼ ਪਈ ਸੀ। ਤੇ ਮਨ ਵਿੱਚ ਉਂਝ ਹੀ ਫੁਰਨਾ ਉੱਠ ਪਿਆ ਵੀ ਚੱਲ ਹੁਣ ਚੱਲਿਆ ਤੇ ਮੈਂ ਹੈ ਹੀ ਹਾਂ, ਤੇ ਆ ਜਿਹੜਾ ਸਮਾਨ ਪਿਆ ਵੀ ਖਾਂਦਾ ਹੀ ਜਾਵਾਂ। ਉਹ ਜਿਉਂ ਹੀ ਉੱਥੋਂ ਫੜ ਕੇ ਕੁਛ ਮੂੰਹ 'ਚ ਪਾਇਆ ਤੇ ਉਹ ਨਮਕੀਨ ਸੀ ਜੋ ਵੀ ਸੀ ਉਹ। ਹੁਣ ਦੂਜਾ ਬਚਨ ਯਾਦ ਆ ਗਿਆ ਕਿ ਗੁਰੂ ਸਾਹਿਬ ਨੇ ਆਖਿਆ ਸੀ ਨਮਕ ਖਾ ਕੇ ਕਿਸੇ ਦਾ ਹਰਾਮ ਨਹੀਂ ਕਰਨਾ। ਹੁਣ ਮੈਂ ਇਹਦਾ ਨਮਕ ਖਾ ਲਿਆ, ਇਹਦੀ ਚੋਰੀ ਕਿਵੇਂ ਕਰਾਂ? ਉਹ ਸਾਰਾ ਜੋ ਸਾਜੋ ਸਮਾਨ ਗਹਿਣਾ ਗੱਟਾ ਬੰਨਿਆ ਸੀ ਉੱਥੇ ਹੀ ਰੱਖ ਦਿੱਤਾ ਵੀ ਮੈਂ ਗੁਰੂ ਦਾ ਬਚਨ ਕਮਾਉਣਾ ਹੈ, ਮੈਂ ਗੁਰੂ ਨਾਲ ਵਾਅਦਾ ਕਰ ਚੁੱਕਾ। ਉੱਥੇ ਹੀ ਛੱਡ ਦਿੱਤਾ ਤੇ ਖਾਲੀ ਹੱਥ ਉੱਥੋਂ ਬਾਹਰ ਨਿਕਲ ਗਿਆ, ਚਲਾ ਗਿਆ। ਦਿਨ ਚੜ੍ਹਿਆ, ਰਾਜੇ ਨੂੰ ਪਤਾ ਲੱਗਾ ਚੋਰੀ ਹੋਈ। ਚੋਰੀ ਦਾ ਸਮਾਨ ਵੀ ਅੰਦਰੋਂ ਹੀ ਲੱਭ ਗਿਆ, ਕੋਈ ਲੈ ਕੇ ਨਹੀਂ ਗਿਆ ਵੀ ਇਹ ਸਭ ਕੀ ਸੀ। ਉਹਨੇ ਆਪਣੇ ਅਹਿਲਕਾਰਾਂ ਨੂੰ ਆਖਿਆ, ਜਿਹੜੇ ਉਹਦੇ ਪੁਲਿਸ ਮੁਲਾਜ਼ਮ ਸਨ ਉਹਨਾਂ ਨੂੰ ਆਖਿਆ, ਇਲਾਕੇ ਦੇ ਸਭ ਚੋਰ ਡਾਕੂ ਸਭ ਫੜ ਲਏ ਗਏ, ਕੁੱਟਮਾਰ ਸ਼ੁਰੂ ਹੋ ਗਈ। ਕੁਛ ਦਿਨਾਂ ਵਿੱਚ ਭੂਮੀਏ ਤੱਕ ਖਬਰ ਪਹੁੰਚ ਗਈ ਵੀ ਰਾਜਾ ਤੇ ਬਹੁਤ ਲੋਕਾਂ ਨੂੰ ਫੜ ਕੇ ਮਰਵਾ ਰਿਹਾ, ਕੁੱਟਵਾ ਰਿਹਾ, ਤੇ ਇਹ ਤੇ ਗਰੀਬ ਮਾਰ ਹੋ ਰਹੀ ਹੈ। ਤੇ ਮੇਰੇ ਗੁਰੂ ਨੇ ਆਖਿਆ ਸੀ ਗਰੀਬ ਮਾਰ ਨਹੀਂ ਕਰਨੀ, ਨਾ ਹੋਣ ਦੇਣੀ। ਤੇ ਮੈਂ ਜਾਵਾਂ। ਰਾਜੇ ਕੋਲ ਪਹੁੰਚ ਗਿਆ, ਜਾ ਕੇ ਆਖਣ ਲੱਗਾ, ਰਾਜਨ ਆ ਜਿੰਨੇ ਤੂੰ ਫੜੇ ਨੇ, ਜਿਨ੍ਹਾਂ ਨੂੰ ਕੁੱਟ-ਕੁੱਟ ਕੇ ਇਹਨਾਂ ਨੂੰ ਅਧਮੋਏ ਕੀਤਾ ਹੋਇਆ, ਸਭ ਛੱਡ ਦੇ। ਉਹਨੇ ਆਖਿਆ ਕਿਉਂ ਛੱਡ ਦਿਆਂ? ਇਹਨਾਂ ਵਿੱਚੋਂ ਮੈਂ ਚੋਰੀ ਕੱਢਣੀ ਹੈ। ਉਹਨੇ ਆਖਿਆ ਤੇਰਾ ਚੋਰ ਮੈਂ ਹਾਂ, ਇਹਨਾਂ ਸਭਨਾਂ ਨੂੰ ਛੱਡ ਦੇ। ਰਾਜਾ ਉਹਦੀ ਗੱਲ ਸੁਣ ਕੇ ਹੈਰਾਨ ਹੋਇਆ। ਤੇ ਚਲੋ ਗੱਲ ਆਪਾਂ ਲੰਬੀ ਨਾ ਕਰੀਏ, ਗੱਲ ਕਰਦਿਆਂ ਕਰਦਿਆਂ ਇੱਕ ਸਿੱਟੇ ਤੇ ਪਹੁੰਚੀ ਕਿ ਉਸ ਭੂਮੀਏ ਨੇ ਰਾਜੇ ਨੂੰ ਦੱਸਿਆ ਕਿ ਮੈਂ ਆਪਣੇ ਗੁਰੂ ਦੇ ਬਚਨਾਂ ਦੀ ਕਮਾਈ ਕਰਦਾ ਹਾਂ, ਮੈਂ ਗਰੀਬ ਮਾਰ ਨਹੀਂ ਸੀ ਕਰਨੀ, ਇਸ ਲਈ ਮੈਂ ਰਾਜੇ ਦੇ ਘਰ ਵਿੱਚ ਚੋਰੀ ਕਰਨ ਆਇਆ ਸਾਂ। ਮੈਂ ਸੱਚ ਬੋਲਿਆ ਸੀ ਮੈਂ ਚੋਰ ਹਾਂ, ਤੇਰੇ ਦਰਬਾਨਚੀ ਨੂੰ ਪੁੱਛ ਲਿਆ ਜਾਵੇ। ਉਹਨੇ ਮੈਨੂੰ ਅੰਦਰ ਆਉਣ ਦਿੱਤਾ, ਮੈਂ ਚੋਰੀ ਕੀਤੀ ਤੇ ਉੱਥੋਂ ਮੈਂ ਕੁਝ ਮੂੰਹ ਵਿੱਚ ਪਾਇਆ, ਉਹ ਨਮਕ ਵਾਲਾ ਸੀ। ਮੇਰੇ ਗੁਰੂ ਨੇ ਆਖਿਆ ਸੀ ਨਮਕ ਖਾ ਕੇ ਹਰਾਮ ਨਹੀਂ ਕਰਨਾ, ਇਸ ਕਰਕੇ ਮੈਂ ਸਾਰਾ ਸਮਾਨ ਇੱਥੇ ਛੱਡ ਕੇ ਚਲਾ ਗਿਆ ਸਾਂ। ਹੁਣ ਤੀਜਾ ਬਚਨ ਕਮਾਉਣ ਲਈ ਆਇਆ। ਮੇਰੇ ਗੁਰੂ ਨੇ ਆਖਿਆ ਸੀ ਗਰੀਬ ਮਾਰ ਨਹੀਂ ਹੋਣ ਦੇਣੀ, ਆ ਗਰੀਬ ਮਾਰ ਹੁੰਦੀ ਵੇਖ ਕੇ ਮੈਂ ਆਇਆ। ਮੈਨੂੰ ਜਿਹੜੇ ਫਾਇ ਲਾਉਣਾ ਲਾ ਦੇ, ਇਹਨਾਂ ਸਭ ਗਰੀਬਾਂ ਨੂੰ ਛੱਡ ਦੇ, ਇਹਨਾਂ ਦਾ ਕੋਈ ਦੋਸ਼ ਨਹੀਂ। ਰਾਜਾ ਬੜਾ ਪ੍ਰਭਾਵਿਤ ਹੋਇਆ, ਉਸਨੇ ਮੁਆਫ ਕਰ ਦਿੱਤਾ ਤੇ ਉਹ ਬਾਕੀ ਲੋਕਾਂ ਨੂੰ ਵੀ ਛੱਡ ਦਿੱਤਾ। ਕੇਵਲ ਮੁਆਫ ਨਹੀਂ ਕੀਤਾ, ਆਖਿਆ ਮੈਂ ਤੈਨੂੰ ਵਜ਼ੀਰੀ ਦਿੰਦਾ ਹਾਂ। ਰਾਜੇ ਨੇ ਆਪਣਾ ਉਸਨੂੰ ਵਜ਼ੀਰ ਬਣਾਇਆ ਇਸ ਬਿਨਾਂ ਤੇ ਕਿ ਮੈਨੂੰ ਆਪਣੇ ਗੁਰੂ ਦਾ ਦੀਦਾਰ ਕਰਵਾ। ਭੂਮੀਏ ਨੇ ਆਖਿਆ ਮਹਾਰਾਜ ਮੇਰਾ ਗੁਰੂ ਉਹ ਸਰੀਰ ਹੀ ਨਹੀਂ, ਉਹ ਮੈਨੂੰ ਸਮਝਾ ਗਿਆ ਜਾਂਦੀ ਵਾਰੀ ਕਿ ਜਿੱਥੇ ਮੈਨੂੰ ਯਾਦ ਕਰੋਗੇ, ਆ ਸ਼ਬਦ ਪੜੋਗੇ,
ਮੈਂ ਉੱਥੇ ਹਾਜ਼ਰ ਹੋਵਾਂਗਾ। ਤੇ ਰਾਜੇ ਨੇ ਪੁੱਛਿਆ ਉਹ ਸ਼ਬਦ ਕਿੱਥੋਂ ਲਿਆਈਏ? ਤੇ ਭੂਮੀਏ ਨੇ ਆਖਿਆ ਉਹ ਸ਼ਬਦ ਮੇਰਾ ਗੁਰੂ ਉਹਨੇ ਨੂਰ ਸ਼ਾਹ ਨੂੰ ਦਿੱਤੇ ਸਨ, ਤੇ ਨੂਰ ਸ਼ਾਹ ਦੇ ਕੋਲੋਂ ਸ਼ਬਦ ਮੇਰੇ ਤੱਕ ਪਹੁੰਚੇ ਨੇ। ਉਹ ਸ਼ਬਦ ਤੂੰ ਲੈ ਕੇ ਉਹਨਾਂ ਦੀ ਪੜ੍ਹਾਈ ਕਰ, ਉਹਨਾਂ ਨੂੰ ਸਮਝ, ਉਹਨਾਂ ਨੂੰ ਵਿਚਾਰ, ਤੇ ਮੇਰਾ ਗੁਰੂ ਉਹਨਾਂ ਸ਼ਬਦਾਂ ਦੇ ਵਿੱਚ ਮੌਜੂਦ ਹੈ। ਅੱਜ ਆਪਾਂ ਕਿੱਥੇ ਖਲੋਤੇ ਹਾਂ ਜੀ? ਕਿ ਆਪਾਂ ਕਦੀ ਇਸ ਤਰ੍ਹਾਂ ਅਨੁਭਵ ਕੀਤਾ ਹੈ ਕਿ ਸਾਡਾ ਗੁਰੂ ਸ਼ਬਦ ਵਿੱਚ ਮੌਜੂਦ ਹੈ? ਜੇ ਸ਼ਬਦ ਨੂੰ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਜੇ ਸ਼ਬਦ ਨੂੰ ਆਪਾਂ ਮੱਥੇ ਟੇਕਦੇ ਹਾਂ, ਕਦੀ ਆਪਾਂ ਸੋਚਿਆ ਕਿ ਸਾਡਾ ਗੁਰੂ ਇਸ ਸ਼ਬਦ ਦੇ ਵਿੱਚ ਮੌਜੂਦ ਹੈ? ਜੇ ਨਹੀਂ ਇਸ ਤਰ੍ਹਾਂ ਕਦੀ ਸੋਚਿਆ ਤੇ ਹੁਣ ਆਪਾਂ ਸੋਚਣਾ ਸ਼ੁਰੂ ਕਰੀਏ, ਇਸ ਤਰ੍ਹਾਂ ਮਹਿਸੂਸ ਕਰਨਾ ਸ਼ੁਰੂ ਕਰੀਏ ਕਿ ਆ ਜਿਹੜਾ ਸ਼ਬਦ ਅਸੀਂ ਪੜ੍ਹ ਰਹੇ ਹਾਂ ਇਹ ਸਾਡੇ ਗੁਰੂ ਦਾ ਸ਼ਬਦ ਹੈ, ਤੇ ਇਸ ਸ਼ਬਦ ਦੇ ਵਿੱਚ ਸਾਡਾ ਗੁਰੂ ਬਿਰਾਜਮਾਨ ਹੈ। ਫਿਰ ਤੁਹਾਡੀਆਂ ਗੱਲਾਂ ਗੁਰੂ ਨਾਲ ਹੋਣਗੀਆਂ। ਜਿਵੇਂ ਜਿਵੇਂ ਤੁਹਾਡੀਆਂ ਗੁਰੂ ਨਾਲ ਗੱਲਾਂ ਹੋਣਗੀਆਂ, ਗੁਰੂ ਨਾਲ ਬਚਨ ਹੋਣਗੇ, ਤੇ ਗੁਰੂ ਦੇ 3 ਬਚਨ ਹਮੇਸ਼ਾ ਯਾਦ ਰੱਖਣਾ, ਸੱਚ ਬੋਲਣਾ, ਗਰੀਬ ਮਾਰ ਨਹੀਂ ਕਰਨੀ, ਤੇ ਕਿਸੇ ਦਾ ਖਾ ਕੇ ਹਰਾਮ ਨਹੀਂ ਕਰਨਾ। ਸੋ ਜੀ ਆਪਾਂ ਅੱਜ ਇੱਥੇ ਹੀ ਅੱਜ ਦੇ ਵਿਚਾਰ ਨੂੰ ਸੰਕੋਚਦੇ ਹਾਂ। ਅਗਲੇ ਐਤਵਾਰ ਨੂੰ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ, ਤਨ ਅਤੇ ਮਨ 2 ਤਰ੍ਹਾਂ ਨਾਲ ਅਸੀਂ ਚੋਰੀ ਕਰਦੇ ਹਾਂ। ਮੈਂ ਵੀ ਕਰਦਾ, ਤੇ ਮੈਂ ਇਹ ਤਾਂ ਨਹੀਂ ਕਹਿੰਦਾ ਤੁਸੀਂ ਵੀ ਕਰਦੇ ਹੋ, ਪਰ ਮੈਂ ਤੇ ਕਰਦਾ ਹੀ ਹਾਂ, ਮੈਂ ਮੰਨਦਾ ਹਾਂ। ਤੇ ਤੁਸੀਂ ਆਪਣੇ ਆਪਣੇ ਅੰਦਰ ਪਈ ਧਿਆਨ ਆਪ ਲਿਜਾਣਾ ਹੈ ਵੀ ਸੱਚਮੁੱਚ ਅਸੀਂ ਇਹਨਾਂ ਚੋਰੀਆਂ ਤੋਂ, ਹੇਰਾ ਫੇਰੀਆਂ ਤੋਂ, ਇਹਨਾਂ ਚੀਜ਼ਾਂ ਤੋਂ, ਔਗਣਾਂ ਤੋਂ ਬਚੇ ਹੋਏ ਹਾਂ ਕਿ ਨਹੀਂ। ਜੇ ਬਚੇ ਹਾਂ ਤੇ ਬਹੁਤ ਚੰਗਾ, ਜੇ ਨਹੀਂ ਬਚੇ ਤੇ ਬਚਣ ਦੀ ਆਪਾਂ ਕੋਸ਼ਿਸ਼ ਕਰੀਏ। ਇੱਥੋਂ ਆਪਾਂ ਅਗਲੇ ਐਤਵਾਰ ਗੱਲ ਸ਼ੁਰੂ ਕਰਾਂਗੇ, ਤੇ ਅੱਗੇ ਗੁਰੂ ਮਹਾਰਾਜ ਇਸ ਭਾਈ ਭੂਮੀਏ ਨੂੰ ਸਿੱਖਿਆ ਦੇ ਕੇ ਫਿਰ ਕਿੱਥੇ ਜਾਂਦੇ ਨੇ, ਤੇ ਅਗਲਾ ਉਹਨਾਂ ਦਾ ਵਿਚਾਰ ਜੋ ਵੀ ਹੋਏਗਾ ਆਪਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਅੱਜ ਦੀ ਇਸ ਵਿਚਾਰ ਨੂੰ ਸੁਣਿਆ ਹੈ। ਆਪ ਸਭਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਮੇਰੇ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।